ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਔਖੇ ਸ਼ਬਦ, ਉਹਨਾਂ ਦੇ ਵਿਚਾਰ ਸਾਂਝੇ ਕਰ ਰਹੇ ਹਾਂ। ਅੱਜ ਦਾ ਜੋ ਸ਼ਬਦ ਸਾਡੀ ਸਕਰੀਨ ਤੇ ਡਿਸਪਲੇ ਹੈ, बटुआ एक 72 आधारी, इको जिसे उधारा, नवे खंड की पृथ्वी मांगे, सो जोगी जग सारा। फिर अगे रहाओ की पंक्ति में, ऐसा जोगी नौ निध पावै, तल का ब्रह्म ले गगन चरावै। रहाओ शब्द की लैंग्वेज शब्दावली भी बड़ी औखी है, शब्द के भाव अर्थ भी बड़े डूंघे हैं, तो बड़े ध्यान नाल सानू इस शब्द की विचार सरवण करनी पएगी, ਤਾਂ ਹੀ ਇਹ ਸ਼ਬਦ ਜਿਹੜਾ ਹੈ ਸਾਨੂੰ ਸਮਝ ਆ ਸਕੇਗਾ। तो ਇਹ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹਨ ਵੀਰ ਮਨਮੋਹਨ ਸਿੰਘ ਜੀ ਪੁੰਛ ਤੋਂ, ਜੰਮੂ ਕਸ਼ਮੀਰ ਭਾਰਤ ਤੋਂ। ਮੈਂ ਵੀਰ ਮਨਮੋਹਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਸ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨ। ਜੋ ਸ਼ਬਦ ਆਪ ਜੀ ਦੀ ਸਕਰੀਨ ਤੇ ਹੈ, ਬਟੂਆ ਇੱਕ 72 ਆਧਾਰੀ, ਇੱਕੋ ਜਿਸੇ ਉਦਵਾਰਾ। ਬਟੂਆ ਇੱਕ, ਉਸ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰਦੇ ਹਾਂ ਜੀ। साहब मनमोहन सिंह जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा, वाहिगुरु जी की फतेह। आसा भगत कबीर जी, बटुआ एक 72 आधारी, एको जिसे दोबारा, नवे खंड की पृथ्वी मांगे, सो जोगी जग सारा। बटुआ एक 72 आधारी, एको जिसे दुआरा, नवे खंड के पृथ्वी मांगे, सो जोगी जग सारा। ऐसा जोगी नौ निध पावै, तल का ब्रह्म ले गगन चिरावै। रहाओ ऐसा जोगी नौ निध पावै, तल का ब्रह्म ले गगन चिरावै। खिंथा ज्ञान ध्यान कर सुई, शब्द तगा मथ घालै। पंच तत की करे मिरगानी, गुर कै मार्ग चालै। काया फावरी दया फावरी, काया कर तू ही,
दृष्ट की अग्न जलावै, तिसका पाओ लेह हृद अंतर, चो जुग ताड़ी लावै। सब जोग तन राम नाम है, जिसका पिंड पराना। कहो कबीर जे कृपा तारै, दे सचा निशाना। सब जोग तन राम नाम है, जिसका पिंड पराना। कहो कबीर जे कृपा तारै, दे सचा निशाना। वाहिगुरु जी का खालसा, वाहिगुरु जी की फतेह। सन्मानयोग गुरु साध संगत जीओ, आप जी सारे ही वडभागी जीव हो जो कि सिख मिशनरी कॉलेज की गुरमत क्लास ਦੇ ਵਿੱਚ ਹਾਜ਼ਰ ਹੋ ਕੇ ਜੀਵਨ ਦਾ ਕੁਝ ਕੁ ਸਮਾਂ ਲਾਹੇ ਵਿੱਚ ਲਾ ਰਹੇ ਹੋ। ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ, ਸਤਿਗੁਰਾਂ ਦੀ ਸ਼ਬਦ ਵਿਚਾਰ, ਸਤਿਗੁਰਾਂ ਦੇ ਸਿਧਾਂਤ, ਇਤਿਹਾਸ ਜੋ ਇਸ ਕਲਾਸ ਦੇ ਅੰਦਰ ਇੱਕ ਉਪਰਾਲਾ ਹੈ ਕਿ ਅਸੀਂ ਘਰ ਬੈਠੇ ਗੁਰਮਤ ਦੀ ਸੋਝੀ ਨੂੰ ਪ੍ਰਾਪਤ ਕਰ ਸਕੀਏ। ਸੋ ਵੱਡਿਆਂ ਭਾਗਾਂ ਦੇ ਨਾਲ ਸਮਾਂ ਪ੍ਰਾਪਤ ਹੁੰਦਾ ਹੈ ਕਿ ਸੰਗਤ ਰੂਪ ਵਿੱਚ ਬੈਠ ਕੇ ਅਸੀਂ ਆਪਣੇ ਜੀਵਨ ਦਾ ਕੁਝ ਕੁ ਸਮਾਂ ਲਾਹੇ ਵਿੱਚ ਲਾ ਰਹੇ। ਜੋ ਅੱਜ ਦੀ ਸ਼ਬਦ ਦੀ ਵਿਚਾਰ ਵਾਸਤੇ ਜੋ ਸ਼ਬਦ ਸਤਿਗੁਰਾਂ ਦੀ ਬਖਸ਼ਿਸ਼ ਜਿਸ ਦੀ ਅਸੀਂ ਅੱਜ ਵਿਚਾਰ ਕਰਨੀ ਹੈ, ਉਹ ਆਸਾ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 477 ਦੇ ਉੱਤੇ ਇਸ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਭਗਤ ਜੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਭਾਈ ਮਨੁੱਖ ਸੰਸਾਰ ਦੇ ਵਿੱਚ ਸੱਚ ਕਰਕੇ ਕਿਹੜਾ ਯੋਗੀ ਜੋ ਹੈ ਉਹ ਪ੍ਰਵਾਨ ਹੈ। ਗੁਰਮਤ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਜਦੋਂ ਗੁਰਮਤ ਦਾ ਸਿਧਾਂਤ ਦੁਨੀਆ ਨੂੰ ਦਿੱਤਾ, ਮਨੁੱਖਤਾ ਦੇ ਉਧਾਰ ਦੇ ਵਾਸਤੇ ਨਿਕਲੇ ਹਨ, ਤਾਂ ਸਤਿਗੁਰੂ ਪਾਤਸ਼ਾਹ ਦੇ ਜਿੰਨੇ ਵੀ ਪ੍ਰਚਾਰਕ ਦੌਰੇ ਨੇ ਉਹ ਸਾਰੇ ਦੇ ਸਾਰੇ ਧਰਮ ਸਥਾਨਾਂ ਵੱਲ ਸਨ। ਤੇ ਸਤਿਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜੋ ਧਾਰਮਿਕ ਪੁਰਸ਼ ਸਨ ਉਹਨਾਂ ਨੂੰ ਸੱਚ ਧਰਮ ਦੇ ਨਾਲ ਜੋੜਨ ਦਾ ਯਤਨ ਕੀਤਾ। ਕਾਰਨ ਕੀ ਸੀ ਕਿ ਜੇ ਕਦੇ ਧਰਮੀ ਪੁਰਸ਼ਾਂ ਦੇ ਕੋਲ ਸੱਚ ਕਰਕੇ ਧਰਮ ਹੋਵੇਗਾ, ਕੇਵਲ ਦਿਖਾਵਾ ਨਹੀਂ ਹੋਵੇਗਾ, ਕੇਵਲ ਧਰਮ ਦੀਆਂ ਨਿਸ਼ਾਨੀਆਂ ਹੀ ਨਹੀਂ ਹਨ ਬਲਕਿ ਅੰਦਰ ਧਰਮ ਵੀ ਹੈ, ਤਾਂ ਫਿਰ ਸਮਾਜ ਦਾ ਕੋਈ ਵੀ ਖੇਤਰ ਹੋਵੇ, ਭਾਵੇਂ ਆਰਥਿਕ ਹੋਵੇ, ਭਾਵੇਂ ਸੱਭਿਆਚਾਰਕ ਹੋਵੇ, ਭਾਵੇਂ ਸਮਾਜਿਕ ਹੋਵੇ, ਭਾਵੇਂ ਧਾਰਮਿਕ ਹੋਵੇ, ਭਾਵੇਂ ਰਾਜਨੀਤਿਕ ਹੋਵੇ, ਹਰ ਜੋ ਖੇਤਰ ਹੈ ਉਹ ਪਾਕ ਤੇ ਸਾਫ਼ ਹੋਵੇਗਾ। ਤੇ ਜੇ ਕਦੇ ਧਰਮ ਦੇ ਖੇਤਰ ਦੇ ਅੰਦਰ ਹੀ ਧਰਮ ਨਹੀਂ, ਕੇਵਲ ਧਰਮ ਦੀਆਂ ਨਿਸ਼ਾਨੀਆਂ ਨੇ, ਕੇਵਲ ਭੇਖ ਹੈ, ਕੇਵਲ ਲਿਬਾਸ ਹੈ, ਮਨੁੱਖ ਉਹਨਾਂ ਦੇ ਵਿੱਚ ਹੀ ਖਚਤ ਲੋਕਾਂ ਨੂੰ ਹੀ ਰਿਝਾਉਣ ਦੇ ਵਿੱਚ ਲਗਾ ਹੋਇਆ, ਜੇ ਕਦੇ ਆਪਣੇ ਆਪ ਨੂੰ ਧਰਮੀ ਕਵਾ ਰਿਹਾ ਹੈ, ਧਰਮੀ ਬਣ ਰਿਹਾ ਹੈ, ਦੁਨੀਆ ਦੇ ਵਿੱਚ ਭੁਲੇਖਾ ਪੈਦਾ ਕਰ ਰਿਹਾ ਹੈ, ਤਾਂ ਫਿਰ ਸੱਚ ਕਰਕੇ ਉਹਦੇ ਕੋਲ ਧਰਮ ਨਹੀਂ। ਤੇ ਜੇ ਕਦੇ ਧਰਮੀ ਪੁਰਸ਼ ਜਾਂ ਧਾਰਮਿਕ ਸਥਾਨ ਦੇ ਉੱਤੇ ਹੀ ਧਰਮ ਨਾ ਹੋਵੇ ਤਾਂ ਫਿਰ ਧਰਮ ਲੱਭੇਗਾ ਕਿੱਥੋਂ? ਫਿਰ ਕੁਦਰਤੀ ਤੌਰ ਦੇ ਉੱਤੇ ਉਸੇ ਦੇ ਜੀਵਨ ਨੂੰ ਦੇਖ ਕੇ ਹੀ ਲੋਕੀ ਧਰਮ ਉਸ ਨੂੰ ਸਮਝ ਬੈਠਦੇ ਨੇ ਕਿ ਜਿਉਂ ਜਿਹਾ ਇਸ ਦਾ ਜੀਵਨ ਹੈ ਉਸੇ ਤਰ੍ਹਾਂ ਦਾ ਧਰਮ ਹੁੰਦਾ।
ਸਤਿਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਧਰਮ ਦੇ ਖੇਤਰ ਨੂੰ ਸਾਫ਼ ਕਰਨ ਦਾ ਯਤਨ ਕੀਤਾ। ਸੱਚ ਕਰਕੇ ਮਨੁੱਖਤਾ ਨੂੰ ਧਰਮ ਦੇ ਨਾਲ ਜੋੜਨ ਦਾ ਯਤਨ ਕੀਤਾ। ਧਰਮੀ ਨੂੰ ਸੱਚਾ ਧਰਮੀ ਬਣਨ ਦੇ ਵਾਸਤੇ ਪ੍ਰੇਰਿਆ ਅਤੇ ਜੋ ਧਰਮ ਦੇ ਅੰਦਰ ਗਿਰਾਵਟ ਸੀ, ਜੋ ਕਿਸੇ ਫਿਰਕੇ ਦੇ ਅੰਦਰ, ਕਿਸੇ ਧਰਮੀ ਕੌਮ ਦੇ ਅੰਦਰ ਸਤਿਗੁਰਾਂ ਨੂੰ ਜੋ ਕਮਜ਼ੋਰੀ ਦਿਸੀ, ਉਸ ਕਮਜ਼ੋਰੀ ਦੀ ਗੱਲ ਵੀ ਕੀਤੀ, ਪਰ ਨਾਲ ਉਸ ਕਮਜ਼ੋਰੀ ਨੂੰ ਦੂਰ ਕਰਨ ਦਾ ਜੋ ਤਰੀਕਾ ਸੀ ਉਹ ਵੀ ਦੱਸਿਆ। ਸੱਚ ਧਰਮ ਕੀ ਸੀ ਉਹ ਵੀ ਸਮਝਾਇਆ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਨੇ ਜਦੋਂ ਵੀ ਗੱਲ ਕੀਤੀ, ਕੇਵਲ ਇਹ ਗੱਲ ਨਹੀਂ ਕਹੀ ਕਿ ਭਾਈ ਜੇ ਕਿਤੇ ਕਿਸੇ ਨੂੰ ਉਹਦੀ ਕਮਜ਼ੋਰੀ ਨੂੰ ਦੱਸਿਆ ਤਾਂ ਫਿਰ ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਵੀ ਸਮਝਾ ਦਿੱਤੀ, ਭਾਈ ਸੱਚ ਕਰਕੇ ਜਿਹਦੇ ਅੰਦਰ ਕਮਜ਼ੋਰੀ ਹੈ ਉਹ ਸੱਚਾ ਧਰਮੀ ਕਿਵੇਂ ਹੋ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸਤਿਗੁਰਾਂ ਨੇ ਜਦੋਂ ਸੱਚ ਦੀ ਆਵਾਜ਼ ਦੁਨੀਆ ਨੂੰ ਸਮਝਾਈ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾਬਤ। ਕਿੰਨਾ ਹੀ ਵੱਡੀ ਇਨਕਲਾਬੀ ਗੱਲ ਸੀ ਕਿ ਸਤਿਗੁਰੂ ਪਾਤਸ਼ਾਹ ਬਾਂਕੇ ਦੋਲ ਉਹਨਾਂ ਸਾਰੇ ਧਾਰਮਿਕ ਲੋਕਾਂ ਨੂੰ, ਜਿਨ੍ਹਾਂ ਦਾ ਉਸ ਵੇਲੇ ਬੋਲਬਾਲਾ ਸੀ, ਕਾਜੀ ਸੀ, ਬ੍ਰਾਹਮਣ ਸੀ, ਜੋਗੀ ਸੀ, ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਵੰਗਾਰ ਕੇ ਕਹਿ ਰਹੇ ਕਿ ਭਾਈ ਕਾਜੀ ਜਿਹੜਾ ਹੈ ਕੂੜ ਬੋਲ ਕੇ ਮਲ ਖਾ ਰਿਹਾ, ਬ੍ਰਾਹਮਣ ਜੋ ਹੈ ਉਹ ਮਨੁੱਖਤਾ ਦੇ ਉੱਤੇ ਜ਼ੁਲਮ ਕਮਾ ਰਿਹਾ, ਲੋਕਾਂ ਨੂੰ ਠੱਗ ਰਿਹਾ, ਲੋਕਾਂ ਨੂੰ ਲੁੱਟ ਰਿਹਾ, ਜੋਗੀ ਜਿਹੜਾ ਹੈ ਉਸ ਨੂੰ ਰੱਬ ਦੇ ਨਾਲ ਜੁੜਨ ਦੀ ਜੁਗਤ ਹੀ ਨਹੀਂ ਆਈ, ਉਹਨੂੰ ਸੱਚ ਜੋਗ ਦਾ ਪਤਾ ਹੀ ਕੋਈ ਨਹੀਂ। ਤੇ ਸਤਿਗੁਰੂ ਕਹਿੰਦੇ ਹਾਲਤ ਤਾਂ ਇਹ ਹੈ ਕਿ ਕਿਸੇ ਫਸਲ ਦੇ ਬਾਹਰ ਜੋ ਬਾੜ ਲੱਗੀ ਹੈ ਉਹ ਉਜੜੇ ਹੋਏ ਖੇਤ ਦੇ ਬਾਹਰ, ਅੰਦਰ ਕੁਝ ਵੀ ਨਹੀਂ, ਅੰਦਰ ਦੀ ਧਰਮ ਹੈ ਹੀ ਨਹੀਂ, ਕੇਵਲ ਬਾਹਰ ਧਰਮ ਦਾ ਲਿਬਾਸ ਹੈ, ਇੱਕ ਭੁਲੇਖਾ ਹੈ। ਪਰ ਸਤਿਗੁਰਾਂ ਨੇ ਮੁੜ ਕੇ ਸੱਚ ਧਰਮ ਵੀ ਸਮਝਾ ਦਿੱਤਾ। ਕੇਵਲ ਇਹ ਗੱਲ ਨਹੀਂ ਕਹੀ ਕਿ ਭਾਈ ਤੁਸੀਂ ਸਾਰੇ ਦੇ ਸਾਰੇ ਨਕਾਰੇ ਹੋ, ਬੇਕਾਰ ਹੋ, ਕਮਜ਼ੋਰੀ ਨੂੰ ਜ਼ਰੂਰ ਪਕੜਿਆ, ਕਮਜ਼ੋਰੀ ਨੂੰ ਉਜਾਗਰ ਕੀਤਾ। ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਜਦੋਂ ਸਮਝਾਉਣ ਦੀ ਗੱਲ ਕੀਤੀ ਤੇ ਫਿਰ ਸਮਝਾ ਦਿੱਤਾ ਕਿ ਭਾਈ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੂ। ਕਿ ਭਾਈ ਬ੍ਰਾਹਮਣ ਹੋਵੇ ਕਿ ਜਾ, ਜਿਹੜਾ ਤੂੰ ਬ੍ਰਾਹਮਣ ਬਣ ਕੇ ਫਿਰ ਰਿਹਾ ਹੈ, ਸਤਿਗੁਰੂ ਕਹਿੰਦੇ ਇਹੋ ਜਿਹਾ ਨਹੀਂ। ਸਤਿਗੁਰੂ ਕਹਿੰਦੇ ਭਾਈ ਜੇ ਕਿਤੇ ਬ੍ਰਾਹਮਣ ਹੋਵੇ ਤੇ ਕਿਸ ਤਰ੍ਹਾਂ ਦਾ ਹੋਵੇ, ਕਾਜੀ ਕਿਉਂ ਜਾ ਹੋਵੇ, ਕਾਜੀ ਸੋਏ ਜੋ ਉਲਟੀ ਕਰੈ। ਸਤਿਗੁਰੂ ਕਹਿੰਦੇ ਤੇਰੇ ਵਰਗਾ ਕਾਜੀ ਨਹੀਂ ਭਾਈ, ਜੇ ਕਿਤੇ ਤੂੰ ਕਾਜੀ ਬਣਨਾ ਹੈ ਤਾਂ ਫਿਰ ਸੱਚ ਕਰਕੇ ਕਾਜੀ ਬਣ। ਜੀਵਦਿਆਂ ਹੀ ਆਪਣੇ ਅੰਦਰੋਂ ਲੋਭ, ਲਾਲਚ, ਈਰਖਾ, ਦਵੈਤ, ਇਹ ਸਾਰੇ ਔਗਣ ਬਾਹਰ ਕੱਢ, ਗੁਰੂ ਦੀ ਕਿਰਪਾ ਦਾ ਪਾਤਰ ਬਣਨ ਦਾ ਯਤਨ ਕਰ। ਸਤਿਗੁਰਾਂ ਨੇ ਉਹਨੂੰ ਸਮਝਾ ਦਿੱਤਾ ਕਿ ਭਾਈ ਜੇ ਕਿਤੇ ਮੁਸਲਮਾਨ ਹੈ ਤੇ ਫਿਰ ਸੱਚ ਕਰਕੇ ਮੁਸਲਮਾਨ ਬਣ। ਸਤਿਗੁਰੂ ਕੇਵਲ ਮੁਸਲਮਾਨਾਂ ਦਾ ਲਿਬਾਸ ਰੱਖਣ ਦੇ ਨਾਲ ਮੁਸਲਮਾਨ ਨਹੀਂ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਅੱਲਾ ਦੀਨ ਕਰ ਮਿੱਠਾ, ਮਸਕਲ ਮਾਲਾ ਮਾਲ ਮੁਸਾਵੈ। ਸਤਿਗੁਰੂ ਨੇ ਇਸ ਸ਼ਬਦ ਦੇ ਅੰਦਰ ਨੂੰ ਪਹਿਲੀ ਗੱਲ ਇਹ ਕਹੀ ਕਿ ਬੜਾ ਮੁਸ਼ਕਲ ਹੈ ਭਾਈ, ਸੱਚ ਕਰਕੇ ਧਰਮੀ ਬਣਨਾ, ਸੱਚਾ ਮੁਸਲਮਾਨ ਬਣਨਾ ਬੜਾ ਮੁਸ਼ਕਲ ਹੈ। ਤੇਰੇ ਧਰਮ ਦੀਆਂ ਨਿਸ਼ਾਨੀਆਂ ਕਿਹੜੀਆਂ ਹੋਣ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸਤਿਗੁਰਾਂ ਨੇ ਉਹਨਾਂ ਨੂੰ ਸਮਝਾ ਦਿੱਤਾ, ਮੇਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ। ਜਦੋਂ ਜੋਗੀ ਦੀ ਗੱਲ ਆਈ ਤੇ ਸਤਿਗੁਰਾਂ ਨੇ ਜੋਗੀ ਦੀਆਂ ਵੀ ਜੋ ਜੀਵਨ ਦੀ ਹਾਲਤ ਦੇਖੀ ਤੇ ਸਤਿਗੁਰਾਂ ਨੇ ਕਿਹਾ ਨਹੀਂ ਭਾਈ, ਤੇਰੇ ਕੋਲ ਵੀ ਕੇਵਲ ਨਿਸ਼ਾਨੀਆਂ ਨੇ, ਤੂੰ ਘਰ-ਬਾਰ ਛੱਡ ਦਿੱਤਾ, ਤੂੰ ਥਾਂ-ਥਾਂ ਦੇ ਉੱਤੇ ਭਟਕ ਰਿਹਾ ਹੈ, ਇੱਕ ਥਾਂ ਦੇ ਉੱਤੇ ਟਿਕਦਾ ਨਹੀਂ, ਤੂੰ ਕੋਲ ਥੈਲਾ ਵੀ ਰੱਖਿਆ ਹੈ, ਤੇਰੇ ਕੋਲ ਖਿੰਥਾ ਵੀ ਹੈ, ਮੁੰਦਰਾਂ ਵੀ ਪਈਆਂ ਨੇ, ਤੇਰੇ ਕੋਲ ਧਰਮ ਦੀਆਂ ਸਾਰੀਆਂ ਨਿਸ਼ਾਨੀਆਂ, ਧੂਣੀਆਂ ਵੀ ਲਾਈ ਜਾ ਰਹੇ, ਪਰ ਸਤਿਗੁਰੂ ਕਹਿੰਦੇ ਨੇ ਸੱਚ ਕਰਕੇ ਸ਼ਾਇਦ ਤੇਰੇ ਕੋਲ ਧਰਮ ਨਹੀਂ ਪਾਈ, ਤੂੰ ਸੱਚ ਕਰਕੇ ਜੋਗੀ ਨਹੀਂ, ਤੇਰੇ ਕੋਲ ਜੁਗਤ ਨਹੀਂ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਜੋਗੀਆਂ ਨੂੰ ਵੀ ਸਮਝਾਇਆ
ਜਦੋਂ ਅਸੀਂ ਕਲਾਸ ਦੇ ਅੰਦਰ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਤੋਂ ਸਿੱਧ ਗੋਸ਼ਟ ਦੀ ਵਿਚਾਰ ਸੁਣੀ ਸੀ ਤੇ ਉਹਦੇ ਅੰਦਰ ਸਤਿਗੁਰਾਂ ਨੇ ਕਿਹਾ ਕਮਾਲ ਦੇ ਸਵਾਲ ਸਨ ਜੋਗੀਆਂ ਦੇ, ਤੇ ਸਤਿਗੁਰਾਂ ਨੇ ਕਿਹਾ ਕਮਾਲ ਦੇ ਜਵਾਬ ਦਿੱਤੇ। ਕਿਸ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਸੱਚ ਕਰਕੇ ਯੋਗ ਕੀ ਹੈ। ਉਹਨਾਂ ਸਿੱਧਾਂ ਨੂੰ ਸਮਝਾ ਰਹੇ ਨੇ ਸੱਚ ਕਰਕੇ ਪ੍ਰਮਾਤਮਾ ਨਾਲ ਕਿਵੇਂ ਜੁੜਨਾ, ਤੇ ਫਿਰ ਉਹਨਾਂ ਦੇ ਧਰਮ ਦੀਆਂ ਨਿਸ਼ਾਨੀਆਂ ਦੇ ਉੱਤੇ ਵੀ ਸਤਿਗੁਰਾਂ ਨੇ ਦੱਸਿਆ ਭਾਈ ਕਿਸ ਤਰ੍ਹਾਂ ਦੀਆਂ ਕਿਹੜੀ ਮੁੰਦਾਂ ਕਿਹੜੀਆਂ ਹੋਣਗੀਆਂ, ਵਿਭੂਤ ਕਿਸ ਦੀ ਹੋਵੇ, ਡੰਡਾ ਕਿਹੜਾ ਹੋਵੇ। ਸਭ ਚੀਜ਼ਾਂ ਸਤਿਗੁਰਾਂ ਨੇ ਬਾਣੀ ਦੇ ਨਾਲ ਸਮਝਾਈਆਂ ਕਿ ਭਾਈ ਸੱਚ ਕਰਕੇ ਕੇਵਲ ਨਿਸ਼ਾਨੀਆਂ ਦੇ ਵਿੱਚ ਧਰਮ ਨਹੀਂ, ਜੇਕਰ ਅੰਦਰ ਧਰਮ ਹੈ ਫੇਰ ਗੱਲ ਬਣਨ ਵਾਲੀ ਹੈ। ਹੁਣ ਸਤਿਗੁਰੂ ਪਾਤਸ਼ਾਹ ਅੱਜ ਦੀ ਇਸ ਸ਼ਬਦ ਦੀ ਵਿਚਾਰ ਦੇ ਅੰਦਰ ਵੀ ਇਹੋ ਗੱਲ ਜੋ ਨੇ ਉਹ ਸਮਝਾ ਰਹੇ ਨੇ। ਤੇ ਫਿਰ ਜੋ ਰਹਾਉ ਦੀ ਪੰਕਤੀ ਹੈ, ਐਸਾ ਜੋਗੀ ਨੌ ਨਿਤ ਪਾਵੈ ਤਲ ਕਾ ਬ੍ਰਹਮ ਲੇ ਗਗਨ ਚਿਰਾਵੈ। ਸਤਿਗੁਰੂ ਪਾਤਸ਼ਾਹ ਨੇ ਇਸ ਰਹਾਉ ਦੀ ਪੰਕਤੀ ਦੇ ਅੰਦਰ ਜਿਹੜਾ ਜੋਗੀ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਕਹਿੰਦੇ ਨੇ ਭਾਈ ਉਹ ਮਨੁੱਖ ਅਸਲ ਜੋਗੀ ਹੈ। ਹੁਣ ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਭਾਈ ਉਹ ਮਨੁੱਖ ਅਸਲ ਜੋਗੀ ਹੈ, ਉਸ ਨੂੰ ਮਾਨੋ ਨੌ ਖਜ਼ਾਨੇ ਮਿਲ ਗਏ, ਕਿਉਂਕਿ ਧਰਮ ਦੇ ਖੇਤਰ ਦੇ ਅੰਦਰ ਨੌ-ਨਿਧ ਦੀ ਬੜੀ ਗੱਲ ਚੱਲਦੀ ਸੀ। ਸਤਿਗੁਰੂ ਨੇ ਸੱਚ ਕਰਕੇ ਉਸ ਨੂੰ ਮਿਲ ਜਾਂਦੇ ਹਨ ਜੋ ਮਾਇਆ ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ। ਸਤਿਗੁਰੂ ਕਹਿੰਦੇ ਕੇਵਲ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਾਣ ਦੇ ਨਾਲ, ਸਰੀਰ ਦੇ ਉੱਤੇ ਵਿਭੂਤ ਲਾਉਣ ਦੇ ਨਾਲ ਇਹ ਨਹੀਂ ਮੰਨਿਆ ਜਾ ਸਕਦਾ ਕਿ ਕਿਸੇ ਨੂੰ ਧਰਮ ਜੋ ਹੈ ਉਹ ਧਰਮ ਦੇ ਵਿੱਚ ਪਰਪੱਕ ਹੋ ਗਿਆ, ਧਰਮੀ ਹੋ ਗਿਆ। ਸਤਿਗੁਰੂ ਕਹਿੰਦੇ ਘਰ-ਬਾਰ ਤੇ ਤਿਆਗ ਦਿੱਤਾ, ਲੇਕਿਨ ਜੇ ਕਦੇ ਲੋਭ ਨਾਲ ਹੀ ਰਿਹਾ ਤੇ ਉਸ ਤਿਆਗ ਦਾ ਫਾਇਦਾ ਕੋਈ ਨਹੀਂ। ਸਤਿਗੁਰੂ ਕਹਿੰਦੇ ਭਾਈ ਅਸਲ ਦੇ ਵਿੱਚ ਜਿਹੜਾ ਜੋਗੀ ਅਸਲੀ ਕੌਣ ਹੈ, ਭਾਈ ਤੁਸੀਂ ਇਹ ਸਮਝਦੇ ਹੋ ਕਿ ਯੋਗ ਕਮਾਉਣ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਨੌ-ਨਿਧ ਨੌ ਖਜ਼ਾਨੇ ਲੱਭ ਜਾਂਦੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕਿਉਂ ਜੇ ਜੋਗੀ ਨੂੰ ਲੱਭਦੇ ਨੇ, ਜਿਹੜਾ ਜੋਗੀ ਆਪਣੇ ਜੋ ਆਤਮਾ ਹੈ ਤਲ ਕਾ ਬ੍ਰਹਮ ਲੇ ਗਗਨ ਚਰਾਵੈ, ਪਰਮਾਤਮਾ ਦੀ ਅੰਸ਼ ਜੋ ਕਿ ਹੇਠਾਂ ਮਾਇਆ ਦੇ ਵਿੱਚ ਖਚਤ ਹੋ ਗਈ, ਮਾਇਆ ਦੇ ਵਿੱਚ ਫਸ ਗਈ ਹੈ। ਤੇ ਸਤਿਗੁਰੂ ਕਹਿੰਦੇ ਮਾਇਆ ਵਿੱਚ ਫਸੀ ਹੋਈ ਉਹ ਉੱਪਰ ਨਹੀਂ ਉੱਠ ਰਹੀ। ਜੀਵਨ ਜੋ ਹੈ ਨਿਗਾਰ ਵੱਲ ਗਿਆ ਹੈ, ਜੀਵਨ ਜੋ ਹੈ ਉਹ ਬਰਬਾਦ ਹੋ ਗਿਆ ਹੈ। ਆਤਮਿਕ ਅਵਸਥਾ ਉੱਚੀ ਨਹੀਂ ਹੋ ਰਹੀ, ਵਿਕਾਰਾਂ ਦੇ ਵਿੱਚ ਗਲਤਾਨ ਹੋ ਗਈ। ਜਿੱਥੇ ਸੇਵਾ, ਸਿਮਰਨ, ਸਚਾਈ, ਸਿਦਕ, ਸੰਜਮ, ਦਇਆ, ਪਰਉਪਕਾਰ, ਇਹਨਾਂ ਚੰਗੇ ਗੁਣਾਂ ਦੇ ਨਾਲ ਇਸ ਨੇ ਉੱਪਰ ਨੂੰ ਉੱਠਣਾ ਸੀ, ਜੋਤ ਨੂੰ ਜੋਤ ਦੇ ਵਿੱਚ ਮਿਲਣਾ ਸੀ। ਸਤਿਗੁਰੂ ਕਹਿੰਦੇ ਉਸ ਪਾਸੇ ਨਹੀਂ ਚੱਲੀ, ਇਹ ਖਚਤ ਹੋ ਗਈ, ਇਹ ਫਸ ਗਈ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਨਿੰਦਿਆ, ਚੁਗਲੀ, ਬਖੀਲੀ, ਇਹਦੇ ਵਿੱਚ ਫਸ ਗਈ। ਤੇ ਸਤਿਗੁਰੂ ਕਹਿੰਦੇ ਅਸਲੀ ਜੋਗੀ ਕੌਣ ਹੈ, ਜਿਹੜਾ ਉਸ ਪ੍ਰਮਾਤਮਾ ਦੀ ਅੰਸ਼ ਨੂੰ, ਜੋ ਆਤਮਾ ਹੈ ਜੋ ਮਾਇਆ ਦੇ ਵਿੱਚ ਫਸੀ ਪਈ ਹੈ, ਉਸ ਨੂੰ ਥਲਿਓਂ ਚੁੱਕ ਕੇ ਆਕਾਸ਼ ਗਗਨ ਤੋਂ ਭਾਵ ਉਤਾਂ ਲੈ ਜਾਏਗੀ। ਭਾਵ ਉਹ ਚੰਗੇ ਗੁਣਾਂ ਦੇ ਨਾਲ ਜਦੋਂ ਚੰਗੇ ਗੁਣ ਧਾਰਨ ਕਰ ਲੈਂਦੀ ਹੈ, ਚੰਗੇ ਗੁਣ ਇਹਦੇ ਪੱਲੇ 'ਚ ਆ ਜਾਂਦੇ ਨੇ, ਤੇ ਸਤਿਗੁਰੂ ਕਹਿੰਦੇ ਫੇਰ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਗਈ, ਮਾਇਆ ਦੇ ਵਿੱਚ ਖਚਤ ਨਹੀਂ। ਤੇ ਸਤਿਗੁਰੂ ਕਹਿੰਦੇ ਉਹੀਓ ਜੋਗੀ ਜੋ ਹੈ ਸੰਸਾਰ ਦੇ ਅੰਦਰ ਸੱਚ ਕਰਕੇ ਜੋਗੀ ਮੰਨਿਆ ਜਾ ਸਕਦਾ। ਹੁਣ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਯੋਗ ਤੋਂ ਭਾਵ ਜਿਹੜੇ ਵਿਦਵਾਨ ਲੋਕੀ ਨੇ ਉਹਨਾਂ ਦੇ ਮੁਤਾਬਕ ਚਿੱਤ ਦੀਆਂ ਬਿਰਤੀਆਂ ਨੂੰ ਰੋਕਣ ਦਾ ਨਾਮ ਯੋਗ ਹੈ। ਜਦੋਂ ਮਨ ਦੇ ਅੰਦਰ ਜੋ ਵਿਕਾਰਾਂ ਦੀਆਂ ਤਰੰਗਾਂ ਉੱਠਦੀਆਂ ਨੇ, ਮਨ ਦੇ ਅੰਦਰ ਜੋ ਭੈੜੇ ਖਿਆਲ ਉਤਪੰਨ ਹੁੰਦੇ ਨੇ, ਜੇ ਕਦੇ ਕੋਈ ਇਹਨਾਂ ਨੂੰ ਰੋਕ ਲਵੇ ਤਾਂ ਸਮਝੋ ਯੋਗ ਹੈ। ਯੋਗਾਸ਼ ਚਿਤ ਬ੍ਰਿਤਿਤ ਨਿਰੋਧ,
ਜਦੋਂ ਯੋਗ ਦਰਸ਼ਨ ਦੇ ਸਾਧਨਾ ਪਦ ਨੂੰ ਪੜ੍ਹਿਆ ਜਾਂਦਾ ਹੈ, ਉੱਥੇ ਭਾਵ ਹੈ ਕਿ ਭਈ ਚਿੱਤ ਦੀਆਂ ਬਿਰਤੀਆਂ ਨੂੰ ਰੋਕਣ ਦਾ ਨਾਮ ਯੋਗ ਹੈ। ਜੁੜਨਾ, ਕਿਸੇ ਚੀਜ਼ ਦੇ ਅੱਗੇ ਵਾੜ ਲਾ ਲੈਣੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਸੰਸਾਰ ਦੇ ਅੰਦਰ ਅਸਲੀ ਜੋਗੀ ਜਿਹੜਾ ਹੈ ਉਹ ਬਣਨਾ ਬੜਾ ਮੁਸ਼ਕਲ ਹੈ। ਬਾਣੀ ਦੇ ਅੰਦਰ ਤੀਜੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ। ਮਹਾਰਾਜ ਕਹਿੰਦੇ ਭਾਈ ਜਿਹੜਾ ਯੋਗ ਦਾ ਮਾਰਗ ਹੈ ਨਾ, ਬੜਾ ਮੁਸ਼ਕਲ ਹੈ, ਬੜਾ ਔਖਾ ਰਸਤਾ ਹੈ। ਕੇਵਲ ਭਗੇ ਹੋਏ ਕੱਪੜੇ ਪਾ ਲਏ, ਕੇਵਲ ਮੁੰਡਨ ਕਰਵਾ ਲਿਆ, ਕੇਵਲ ਮੁੰਦਰਾਂ ਪਾ ਲਈਆਂ, ਕੇਵਲ ਖਿੰਦੋੜੀ ਨਾਲ ਰੱਖ ਲਈ, ਕੋਈ ਥੈਲਾ ਨਾਲ ਰੱਖ ਲਿਆ, ਵਿਭੂਤੀ ਲਾ ਲਈ, ਕੁੱਲ ਰੱਖ ਲਈ, ਧੂਣੀ ਲਾ ਲਈ। ਸਤਿਗੁਰੂ ਪਾਤਸ਼ਾਹ ਕਹਿੰਦੇ ਥਾਂ ਥਾਂ ਦੇ ਉੱਤੇ ਭਟਕਣਾ, ਇੱਕ ਥਾਂ ਦੇ ਉੱਤੇ ਟਿਕ ਕੇ ਨਾ ਬੈਠਣਾ, ਭ੍ਰਮਣ ਕਰਦੇ ਰਹਿਣਾ। ਮਨੁੱਖ ਸੋਚਦਾ ਮੈਂ ਯੋਗੀ ਹੋ ਗਿਆ। ਮਹਾਰਾਜ ਕਹਿੰਦੇ ਇਹੋ ਜਿਹੀ ਗੱਲ ਨਹੀਂ ਭਾਈ, ਬੜਾ ਬਿਖਮ ਮਾਰਗ ਹੈ, ਬੜਾ ਔਖਾ ਹੈ। ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ। ਮਹਾਰਾਜ ਕਹਿੰਦੇ ਜਿਹਦੇ ਉੱਤੇ ਬਖਸ਼ਿਸ਼ ਹੋਵੇ, ਅਕਾਲ ਪੁਰਖ ਦੀ ਕਿਰਪਾ ਹੋਵੇ, ਉਸ ਨੂੰ ਇਹ ਮਾਰਗ ਲੱਭਦਾ ਹੈ, ਉਹ ਇਸ ਮਾਰਗ ਦੇ ਉੱਤੇ ਚੱਲਦਾ ਹੈ। ਅੰਤਰ ਬਾਹਰ ਏਕੋ ਵੇਖੈ, ਵਿੱਚੋਂ ਭਰਮ ਚੁਕਾਏ। ਸਤਿਗੁਰੂ ਕਹਿੰਦੇ ਭਈ ਉਹ ਹਰ ਪਾਸੇ ਪ੍ਰਮਾਤਮਾ ਨੂੰ ਬਰਾਬਰ ਦੇਖ ਰਿਹਾ ਹੈ, ਹਰ ਇੱਕ ਚੀਜ਼ ਦੇ ਵਿੱਚ ਪ੍ਰਮਾਤਮਾ ਨੂੰ ਦੇਖੇਗਾ, ਸਾਰੇ ਪਾਸੇ ਉਸ ਨੂੰ ਬ੍ਰਹਮ ਦਾ ਪਸਾਰਾ ਨਜ਼ਰ ਆਵੇਗਾ। ਸਤਿਗੁਰੂ ਕਹਿੰਦੇ ਜਦੋਂ ਸੰਸਰ ਹੋ ਜਾਵੇ ਨਾ, ਉਹਦੀ ਹਰ ਦੇਖਣ ਦੇ ਅੰਦਰ ਕੇਵਲ ਪ੍ਰਮਾਤਮਾ ਹੀ ਦਿਸੇ, ਬਰਾਬਰ ਦੀ ਨਜ਼ਰ ਹੋ ਜਾਵੇ, ਮਾਰੇ ਕਹਿੰਦੇ ਫੇਰ ਗੱਲ ਬਣਦੀ। ਅੰਤਰ ਬਾਹਰ ਏਕੋ ਵੇਖੈ, ਵਿੱਚੋਂ ਭਰਮ ਚੁਕਾਏ। ਅੰਦਰੋਂ ਦੀ ਭਰਮ ਖਤਮ ਕਰ ਲਵੇ। ਬਿਨ ਵਜਾਏ ਕਿੰਗਰੀ ਵਾਜੈ ਜੋਗੀ, ਸਾ ਕਿੰਗਰੀ ਵਜਾਏ। ਤੇ ਮਾਰੇ ਕਹਿੰਦੇ ਫਿਰ ਨਾਮ ਅੰਮ੍ਰਿਤ ਦੀ ਵੀਨਾ, ਹੁਣ ਉਹਦੇ ਕੋਲ ਸਿੰਘੀ ਹੈ, ਉਹ ਬਾਹਰੋਂ ਦੀ ਵਜਾ ਰਿਹਾ ਹੈ, ਆਵਾਜ਼ ਕੱਢ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਫਿਰ ਉਹ ਇਤਨਾ ਉਸ ਪ੍ਰਮਾਤਮਾ ਦੇ ਵਿੱਚ ਉਹਦੀ ਸੁਰਤ ਲਿਵ ਜੁੜ ਜਾਵੇ ਕਿ ਵਜਾਣ ਤੋਂ ਬਿਨਾਂ ਹੀ ਇੱਕ ਰਸ ਉਹਦੇ ਅੰਦਰ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦੀ ਵੀਨ ਵੱਜਦੀ ਰਵੇ, ਇੱਕ ਰਸ ਜਿਹੜੀ ਟੁੱਟੇ ਹੀ ਨਾ। ਕਹਿ ਨਾਨਕ ਮੁਕਤ ਹੋਵੇ ਜੋਗੀ, ਸਾਚਿਆ ਰਹਿ ਸਮਾਏ। ਪਾਛੇ ਕਹਿੰਦੇ ਇਹੋ ਜਿਹਾ ਜੋਗੀ ਫਿਰ ਮੁਕਤ ਹੋ ਜਾਂਦਾ। ਹਰ ਵੇਲੇ ਜਿਹੜਾ ਸੱਚ ਦੇ ਵਿੱਚ ਸਮਾਇਆ, ਜਿਸ ਨੇ ਆਪਣੇ ਚਿੱਤ ਦੇ ਅੰਦਰ, ਸੁਰਤੀ ਦੇ ਅੰਦਰ ਹਰ ਵੇਲੇ ਪ੍ਰਮਾਤਮਾ ਨੂੰ ਵਸਾ ਕੇ ਰੱਖਿਆ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਭਾਈ, ਇਹ ਥਾਂ ਥਾਂ ਦੀ ਭਟਕਣਾ ਚੋਂ ਬਾਹਰ ਨਿਕਲ। ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ। ਮਤਲਬ ਇਹ ਕਿਉਂ ਜਿਹਾ ਜੋਗੀ ਭਾਈ, ਦਰਵਾਜ਼ੇ ਦਰਵਾਜ਼ੇ ਦੇ ਉੱਤੇ ਫਿਰ ਰਹੇ, ਥਾਂ ਥਾਂ ਦੇ ਉੱਤੇ ਮੰਗ ਰਹੇ, ਕਿਸੇ ਥਾਂ ਦੇ ਉੱਤੇ ਟਿਕਦਾ ਹੀ ਨਹੀਂ। ਤੇ ਮਾਰੇ ਕਹਿੰਦੇ ਇਹ ਤੇਰੀ ਕਿਹੜੀ ਅਵਸਥਾ। ਬੜੀ ਇੱਕ ਸੁੰਦਰ ਗਾਥਾ ਕਿਸੇ ਨੇ ਲਿਖੀ ਕਿ ਸ਼ੁਰੂ ਦੇ ਵਿੱਚ ਜਦੋਂ ਇਹ ਧਰਮੀ ਲੋਕੀ ਨਿਕਲਦੇ ਸਨ, ਕੋਈ ਇਸ ਮੱਤ ਨੂੰ ਧਾਰਨ ਕਰਦਾ, ਉਹਨੂੰ ਇੱਕ ਠੂਠਾ ਦੇ ਦਿੱਤਾ ਜਾਂਦਾ, ਇੱਕ ਭਾਂਡਾ ਦੇ ਦਿੱਤਾ ਜਾਂਦਾ, ਭਈ ਜਾ ਮੰਗ, ਹਰ ਘਰ ਦੇ ਵਿੱਚ ਮੰਗ, ਤੇ ਮੰਗਣ ਦੇ ਵਿੱਚ ਨਾਲ ਕਵੀ ਜੋ ਦੇ ਉਸਕਾ ਵੀ ਭਲਾ, ਜੋ ਨਾ ਦੇ ਉਸਕਾ ਵੀ ਭਲਾ। ਨਿਕਲਦੇ ਰਹੇ, ਜਿਸ ਦਰਵਾਜ਼ੇ ਨੂੰ ਖੜਕਾਈ ਜਾਣ, ਨਾਲ ਕਹੀ ਜਾਣ ਜੋ ਦੇ ਉਸਕਾ ਵੀ ਭਲਾ, ਜੋ ਨਾ ਦੇ ਉਸਕਾ ਵੀ ਭਲਾ। ਤੇ ਲੋਕਾਂ ਨੇ ਦੇਖਿਆ ਭਾਈ ਕਮਾਲ ਦਾ ਧਰਮੀ ਇਹ ਗੱਲ ਕਹਿੰਦਾ, ਜਿਹੜਾ ਦੇਵੇ ਉਸਦਾ ਵੀ ਭਲਾ, ਜਿਹੜਾ ਨਾ ਦੇਵੇ ਉਸਦਾ ਵੀ ਭਲਾ। ਲੋਕਾਂ ਨੇ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਆਓ ਭਗਤ ਸ਼ੁਰੂ ਕਰ ਦਿੱਤੀ। ਹੁਣ ਸੱਚ ਕਰਕੇ ਬੋਲਾਂ ਦੇ ਅੰਦਰ ਇਹ ਚੀਜ਼, ਅੰਦਰ ਤੇ ਸੰਤੋਖ ਹੈ ਨਹੀਂ ਸੀ, ਲਾਲਚੀ ਹੋ ਗਏ, ਲੋਭੀ ਹੋ ਗਏ। ਤੇ ਫਿਰ ਜਦੋਂ ਦੇਖਿਆ ਕਿ ਲੋਕੀ ਮਗਰ ਲੱਗ ਗਏ ਨੇ, ਸਤਿਕਾਰ ਦੇ ਰਹੇ ਨੇ, ਇੱਜ਼ਤ ਦੇ ਰਹੇ ਨੇ ਧਰਮੀ ਸਮਝ ਕੇ, ਤੇ ਫਿਰ ਇਹਨਾਂ ਨੇ ਡਰਾਉਣਾ ਸ਼ੁਰੂ ਕਰ ਦਿੱਤਾ, ਸ਼ਰਾਪ ਦੇ ਦੇਂਗੇ, ਬਰਬਾਦ ਕਰ ਦੇਂਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਅਵਸਥਾ ਨਹੀਂ ਕਿ ਹੁਣ ਤੂੰ ਘਰ ਘਰ ਮੰਗ ਰਿਹਾ ਹੈ ਤੇ ਆਪਣੇ ਆਪ ਨੂੰ ਜੋਗੀ ਕਵਾ ਰਿਹਾ, ਮੈਂ ਜੋਗੀ ਆ, ਮੈਂ ਜੁੜਿਆ ਹੋਇਆ। ਮਾਰੇ ਕਹਿੰਦੇ ਫਿਰ ਘਰ ਘਰ ਮੰਗਦੇ ਆ, ਇਹ ਜੋਗੀ ਆਪਣੇ ਮਨ ਨੂੰ ਪ੍ਰਭੂ ਚਰਨਾਂ ਵਿੱਚ ਜੋੜ, ਇਸ ਤਰ੍ਹਾਂ ਹੋਰ ਆਸਰਾ ਭਾਲਣ ਦਾ ਦੁੱਖ ਦੂਰ ਹੋ ਜਾਏਗਾ। ਤੇ ਫਿਰ ਘਰ ਘਰ ਮੰਗਣ ਦੀ ਸ਼ਰਮ ਵੀ ਜਿਹੜੀ ਆ ਉਹ ਨਹੀਂ ਉਠਾਣੀ ਪਵੇਗੀ। ਸਾਨੂੰ ਕਹਿੰਦੇ ਭਾਈ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ। ਤੇ ਮਾਰੇ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਨੇ ਭਾਈ
ਸੱਚ ਜੋਗ ਕਿਸ ਤਰ੍ਹਾਂ ਦਾ ਹੈ, ਸੱਚਾ ਜੋਗ ਕਿਹੋ ਜਿਹਾ ਹੋਵੇ। ਤੇ ਮਾਰੇ ਬਖਸ਼ਿਸ਼ ਕਰਦੇ ਨੇ, ਜੋਗ ਜੁਗਤ ਸੁਣ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ। ਹੁਣ ਸਤਿਗੁਰਾਂ ਨੇ ਸੱਚ ਕਰਕੇ ਜੋ ਜੋਗ ਦਾ ਤਰੀਕਾ ਸੀ ਨਾ, ਉਹ ਸਾਨੂੰ ਵੀ ਦੱਸਿਆ ਤੇ ਉਹਨਾਂ ਨੂੰ। ਸਤਿਗੁਰ ਕਹਿੰਦੇ ਨੇ ਭਾਈ, ਜਿਹੜਾ ਅਸਲੀ ਜੋਗ ਹੈ, ਅਸਲ ਜਿਹੜਾ ਤਰੀਕਾ ਹੈ, ਉਹ ਅਸੀਂ ਗੁਰੂ ਤੋਂ ਸਿੱਖਿਆ। ਤੇ ਫਿਰ ਮੈਨੂੰ ਸਤਿਗੁਰੂ ਦੇ ਸ਼ਬਦ ਨੇ ਪਰਮਾਤਮਾ ਦੇ ਮਿਲਾਪ ਦੀ ਜਾਂਚ ਸਮਝਾਈ ਹੈ, ਸਮਝਾ ਦਿੱਤੀ ਹੈ ਕਿ ਉਸ ਪਰਮਾਤਮਾ ਦੇ ਨਾਲ ਸੱਚ ਕਰਕੇ ਜੋਗ ਹੋ ਕਿਵੇਂ ਸਕਦਾ ਹੈ। ਉਹ ਕਿਹੜੀ ਜੁਗਤ ਹੈ ਜਿਹਦੇ ਨਾਲ ਜੁੜਿਆ ਜਾ ਸਕਦਾ। ਨੋਖੰਡ ਪ੍ਰਿਥਵੀ ਇਸ ਤਨ ਮੇ ਰਵਿਆ, ਨਿਮਖ ਨਿਮਖ ਨਮਸਕਾਰਾ। ਮਾਰੇ ਕਹਿੰਦੇ ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ ਜੋ ਇਸ ਮਨੁੱਖੀ ਸਰੀਰ ਵਿੱਚ ਮੌਜੂਦ ਹੈ। ਇਹ ਸਾਰੀ ਧਰਤੀ ਦਾ ਰਟਨ ਹੈ ਮੇਰੇ ਵਾਸਤੇ। ਜਿਹੜੇ ਯੋਗੀ ਥਾਂ ਥਾਂ ਦੇ ਉੱਤੇ ਟੁਰ ਰਹੇ ਨੇ, ਜਾ ਰਹੇ ਨੇ, ਰਟਨ ਕਰ ਰਹੇ ਨੇ, ਸਤਿਗੁਰ ਕਹਿੰਦੇ ਭਾਈ ਮੇਰੇ ਵਾਸਤੇ ਜਿਹੜਾ ਉਸ ਪਰਮਾਤਮਾ ਨੂੰ ਹਰ ਵੇਲੇ ਮੈਂ ਜੋ ਨਮਸਕਾਰ ਕਰਦਾ ਰਹਿੰਦਾ, ਜਿਹੜਾ ਮੇਰੇ ਹਿਰਦੇ ਦੇ ਵਿੱਚ ਹੈ, ਸਤਿਗੁਰ ਕਹਿੰਦੇ ਇਹੋ ਮੇਰੇ ਵਾਸਤੇ ਰਟਨ ਹੈ। ਦੇਖਿਆ ਗੁਰ ਕੀ ਮੁੰਦਰਾ ਕਾਣੀ, ਦ੍ਰਿੜਿਓ ਏਕ ਨਿਰੰਕਾਰਾ। ਤੇ ਮਾਰੇ ਕਹਿੰਦੇ ਭਾਈ ਫਿਰ ਗੁਰੂ ਦੀ ਜਿਹੜੀ ਸਿੱਖਿਆ ਹੈ ਨਾ, ਇਹ ਕੰਨਾਂ ਦੇ ਵਿੱਚ ਮੁੰਦਰਾ ਨੇ, ਤੇ ਪਰਮਾਤਮਾ ਨਿਰੰਕਾਰ ਨੂੰ ਮੈਂ ਹਿਰਦੇ ਦੇ ਵਿੱਚ ਵਸਾਂਦਾ। ਪੰਜ ਚੇਲੇ ਮਿਲ ਭੇ ਇਕੱਤਰਾ, ਏਕਸ ਕੈ ਵਸ ਕੀਏ। ਸਤਿਗੁਰ ਕਹਿੰਦੇ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਪੰਜ ਗਿਆਨ ਇੰਦਰੀ ਜਿਹੜੇ ਨੇ ਨਾ, ਉਹ ਭਟਕਣੋਂ ਹਟ ਗਏ ਨੇ। ਜਦੋਂ ਗੁਰੂ ਦਾ ਉਪਦੇਸ਼ ਮਿਲਿਆ ਤੇ ਗਿਆਨ ਇੰਦਰੀ ਜਿਹੜੇ ਸਨ, ਇਹ ਭਟਕਣਾ ਤੋਂ ਰੁਕ ਗਏ ਨੇ। ਤੇ ਫਿਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੇ ਹਟ ਕੇ ਇਹਨਾਂ ਨੇ ਕੀਤਾ ਕਿ ਇਹ ਸਾਰੇ ਇਕੱਠੇ ਹੋ ਕੇ ਫਿਰ ਉੱਚੀ ਸੁਰਤ ਦੇ ਅਧੀਨ ਹੋ ਗਏ। ਜਦੋਂ ਸੁਰਤ ਉੱਚੀ ਹੋ ਗਈ, ਸੁਰਤ ਉੱਚੀ ਦੇ ਅਧੀਨ ਹੋ ਗਏ, ਤੇ ਸਤਿਗੁਰੂ ਕਹਿੰਦੇ ਸੱਚ ਕਰਕੇ ਜੋ ਉਸ ਪਰਮਾਤਮਾ ਦੇ ਨਾਲ ਜੋਗ ਬਣ ਗਿਆ, ਜੋੜ ਬਣ ਗਿਆ। 10 ਬੈਰਾਗਣ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਤੇ ਸਤਿਗੁਰੂ ਕਹਿੰਦੇ ਭਈ ਇਹ ਜਿਹੜੇ ਮਾਇਆ ਤੋਂ ਉਪਰਾਮ ਹੋ ਗਈਆਂ ਨੇ ਇੰਦਰੀਆਂ, ਜਦੋਂ ਇਹ ਕਾਬੂ ਵਿੱਚ ਆ ਗਈਆਂ ਤੇ ਮਾਰੇ ਆਗਿਆਕਾਰੀ ਕਹਿੰਦੇ ਨੇ ਸਤਿਗੁਰੂ ਹੋ ਗਈਆਂ ਨੇ। ਤੇ ਪਾਛੇ ਕਹਿੰਦੇ ਫਿਰ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ। ਸੱਚ ਕਰਕੇ ਫਿਰ ਜੋ ਜੋਗੀ ਹੈ ਨਾ, ਉਹ ਪਵਿੱਤਰ ਹੋ ਗਿਆ। ਪਰਮ ਜਰਾਏ ਚਰਾਏ ਵਿਭੂਤਾ, ਪੰਥ ਏਕ ਕਰ ਪੇਖਿਆ। ਤੇ ਸਤਿਗੁਰੂ ਕਹਿੰਦੇ ਭਈ ਜਿਹੜਾ ਭਰਮ ਸੀ ਨਾ, ਉਸ ਨੂੰ ਸਾੜ ਕੇ ਉਹਦੀ ਸੁਆਹ ਬਣਾ ਲਈ, ਉਹਦੀ ਵਿਭੂਤੀ ਬਣਾ ਲਈ। ਤੇ ਪੰਥ ਏਕ ਕਰ ਪੇਖਿਆ, ਮੈਂ ਇੱਕ ਪਰਮਾਤਮਾ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਵੇਖਦਾ ਹਾਂ। ਇਹ ਮੇਰੇ ਵਾਸਤੇ ਜੋਗ ਦਾ ਪੰਥ। ਸਤਿਗੁਰਾਂ ਨੂੰ ਵੀ ਇਹੋ ਗੱਲ ਕਹੀ ਜਾ ਰਹੀ ਸੀ ਕਿ ਤੁਸੀਂ ਸਾਡੇ ਪੰਥ ਵਿੱਚ ਆ ਜਾਓ। ਉਹਨਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਲਿਆ ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਵਾਸਤੇ ਕਿ ਜੇਕਰ ਸਾਡੇ ਪੰਥ ਵਿੱਚ ਆ ਜਾਣ, ਸਾਡਾ ਪੰਥ ਜੋ ਹੈ ਸੰਸਾਰ ਦੇ ਵਿੱਚ ਹੋਰ ਪ੍ਰਸਿੱਧੀ ਪ੍ਰਾਪਤ ਕਰੇਗਾ। ਤੇ ਸਤਿਗੁਰ ਕਹਿੰਦੇ ਭਾਈ ਮੇਰੇ ਵਾਸਤੇ ਪੰਥ ਕੀ ਹੈ ਕਿ ਭਾਈ ਮੈਂ ਜੋ ਭਰਮ ਹੈ ਉਸ ਨੂੰ ਸਾੜ ਕੇ ਉਹਦੀ ਵਿਭੂਤੀ ਬਣਾ ਲਈ। ਤੇ ਫਿਰ ਮੈਂ ਇੱਕ ਪਰਮਾਤਮਾ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹਾਂ। ਇਹੋ ਮੇਰੇ ਵਾਸਤੇ ਜੋਗ ਦਾ ਪੰਥ ਹੈ। ਸਹਿਜ ਸੁਖ ਸੋ ਕੀਨੀ ਭੁਗਤਾ, ਜੋ ਠਾਕੁਰ ਮਸਤਕ ਲੇਖਿਆ। ਤੇ ਮਾਰੇ ਕਹਿੰਦੇ ਆਤਮਿਕ ਅਡੋਲਤਾ ਤੇ ਸੁਖ ਜੋ ਨੇ ਨਾ, ਉਹ ਮੈਂ ਚੂਰਨ ਬਣਾ ਲਿਆ। ਕਹਿੰਦੇ ਸਤਿਗੁਰੂ ਉਹੀਓ ਚੂਰਨ ਬਣਾ ਲਿਆ। ਹੁਣ ਸੱਚ ਕਰਕੇ ਸਤਿਗੁਰੂ ਕਹਿੰਦੇ ਭਾਈ ਜਦੋਂ ਇਸ ਤਰ੍ਹਾਂ ਦਾ ਜੀਵਨ ਬਣ ਜਾਏਗਾ ਨਾ, ਤੇ ਫਿਰ ਸੱਚ ਕਰਕੇ ਮਨੁੱਖ ਜੋ ਹੈ ਉਹ ਜੋਗੀ ਹੋ ਗਿਆ, ਉਹ ਪਰਮਾਤਮਾ ਦੇ ਨਾਲ ਜੁੜ ਗਿਆ। ਤੇ ਫਿਰ ਪਰਮਾਤਮਾ ਦੇ ਦਰ ਦੀ ਪ੍ਰਵਾਨਗੀ ਉਸੇ ਨੂੰ ਹੈ ਜਿਹੜਾ ਸੱਚਾ ਜੋਗੀ ਹੈ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਸਾਨੂੰ ਇਹੋ ਗਿਆਨ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਸੱਚਾ ਜੋਗੀ ਬਣ ਕਿਵੇਂ ਸਕਦਾ। ਤੇ ਮਹਾਰਾਜ ਨੇ ਬੜੀਆਂ ਮਿਸਾਲਾਂ ਦੇ ਕੇ ਬਖਸ਼ਿਸ਼ ਕਰਨ ਦਾ ਯਤਨ ਕੀਤਾ, ਸਮਝਾਉਣ ਦਾ ਯਤਨ ਕੀਤਾ ਕਿ ਭਾਈ ਜਦੋਂ ਘਰ ਨੂੰ ਛੱਡ ਕੇ ਕੋਈ ਬਾਹਰ ਭਟਕਣਾ ਵੀ ਚਲਾ ਜਾਵੇ, ਆਪਣੇ ਆਪ ਨੂੰ ਜੋਗੀ ਕਹਾਵੇ, ਤੇ ਸਤਿਗੁਰੂ ਕਹਿੰਦੇ ਉਹ ਜੋਗੀ ਨਹੀਂ ਹੋ ਸਕਦਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਇਹ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰੇ। ਭਾਈ ਕਮਾਲ ਦਾ ਜੋਗੀ ਹੋ ਗਏ, ਘਰ ਪਰਿਵਾਰ ਛੱਡ ਦਿੱਤਾ, ਬੱਚੇ ਛੱਡ ਦਿੱਤੇ, ਗ੍ਰਸਤ ਦੀ
ਪਰਿਵਾਰ ਦੀ ਜ਼ਿੰਮੇਵਾਰੀ ਤੋਂ ਭੱਜ ਗਿਆ ਤੇ ਆਪਣੇ ਆਪ ਨੂੰ ਸਮਝ ਰਿਹਾ ਮੈਂ ਜੋਗੀ ਹੋ ਗਿਆ। ਮਾਰੇ ਕਹਿੰਦੇ ਇਹ ਕਿਸ ਤਰ੍ਹਾਂ ਦਾ ਯੋਗ ਹੈ, ਇਹ ਯੋਗ ਨਾ ਹੋਵੇ ਜੋਗੀ ਜੇ ਪੁੱਟਾਂ ਵਿਛੋੜ ਪਰ ਭਵਨ ਕਰੇ। ਘਰ-ਬਾਰ ਤਿਆਗ ਕੇ ਭਟਕਣਾ ਦੇ ਵਿੱਚ ਫਿਰ ਰਿਹਾ ਹੈ ਤੇ ਮਾਰੇ ਕਹਿੰਦੇ ਭਈ ਜੋਗ ਨਾ ਪਾਇਆ ਜੁਗਤ ਗਵਾਈ, ਕਿਸ ਕਾਰਨ ਸਿਰ ਛਾਈ ਪਾਈ। ਮਾਰੇ ਕਹਿੰਦੇ ਅੱਗੇ ਪਿੱਛੇ ਟੱਬਰ ਰੋਈ ਜਾ ਰਿਹਾ, ਭੁੱਖੇ ਨੇ ਬੱਚੇ, ਇਹ ਘਰ-ਬਾਰ ਛੱਡ ਕੇ ਨਿਕਲ ਗਿਆ। ਤੇ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਨਿਸ਼ਾਨੀਆਂ ਤੋਂ ਬਾਹਰ ਨਿਕਲਣ ਵਾਸਤੇ ਕਿ ਕੇਵਲ ਤੂੰ ਜਿਗ ਦੇ ਲਿਬਾਸ ਦੇ ਵਿੱਚ ਹੈ, ਭੁਲੇਖੇ ਦੇ ਅੰਦਰ ਹੈ, ਕੇਵਲ ਕੋਈ ਧਰਮ ਦੀਆਂ ਨਿਸ਼ਾਨੀਆਂ ਚੁੱਕ ਕੇ ਆਪਣੇ ਆਪ ਨੂੰ ਧਰਮੀ ਸਮਝ ਰਹੇ ਹੈ ਤੇ ਭੁਲੇਖੇ ਦੇ ਅੰਦਰ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਈ ਇਹ ਗੱਲ ਸੱਚ ਕਰਕੇ ਸਮਝਣ ਦਾ ਯਤਨ ਕਰ ਕਿ ਜੇ ਕਦੇ ਸੱਚ ਕਰਕੇ ਤੇਰੇ ਅੰਦਰ ਧਰਮ ਹੋਵੇਗਾ ਫਿਰ ਤੂੰ ਧਰਮੀ ਹੈ। ਫਿਰ ਪ੍ਰਮਾਤਮਾ ਦੇ ਵਿੱਚ ਤੇਰੀ ਇਕਸਾਰਤਾ ਜੇ ਕਦੇ ਬਣ ਗਈ ਪ੍ਰਮਾਤਮਾ ਦੇ ਨਾਲ ਤੇ ਫਿਰ ਸੱਚ ਕਰਕੇ ਯੋਗੀ ਹੋ ਗਿਆ। ਤੇ ਮਾਰੇ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੂੰਡ ਮੁੰਡਾਈ ਹੈ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਏ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ। ਮਾਰੇ ਕਹਿੰਦੇ ਭਈ ਭੁਲੇਖੇ ਦੇ ਅੰਦਰ ਨਾ ਰਹਿ ਕਿ ਜੇ ਕਿਤੇ ਤੇਰੇ ਕੋਲ ਖਿੰਥਾ ਹੈ, ਡੰਡਾ ਹੈ, ਤੂੰ ਭਸਮ ਜੋ ਹੈ ਸਰੀਰ ਦੇ ਉੱਤੇ ਮਲੀ ਹੋਈ ਹੈ, ਕਿਤੇ ਮੁੰਦਾਂ ਪਾਈਆਂ ਨੇ, ਕਿਤੇ ਤੂੰ ਮੂੰਡ ਮੁੰਡਾ ਲਿਆ ਹੈ, ਭੱਦਰ ਕਰਵਾ ਲਿਆ ਹੈ, ਕਿਤੇ ਸਿੰਘੀ ਜੋ ਉਹਨੂੰ ਵਜਾਈ ਜਾ ਰਹੇ ਹੈ। ਤੇ ਸਤਿਗੁਰੂ ਕਹਿੰਦੇ ਜੇ ਕਦੇ ਸੰਸਾਰ ਦੇ ਵਿੱਚ ਰਹਿੰਦੇ ਆ, ਕਿਉਂਕਿ ਤੂੰ ਸੋਚਦਾ ਮੈਂ ਸੰਸਾਰ ਤੋਂ ਨਸ ਕੇ ਭੱਜ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਾਂਗਾ, ਮੈਂ ਘਰ ਪਰਿਵਾਰ ਤੋਂ ਦੂਰ ਹੋ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਾਂਗਾ। ਸਤਿਗੁਰੂ ਨੇ ਨਹੀਂ, ਅੰਜਨ ਮਾਏ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ। ਮਜ਼ਾ ਤੇ ਤਾਂ ਹੈ ਕਿ ਸੰਸਾਰ ਦੇ ਵਿੱਚ ਰਹਿੰਦੇ ਆ, ਸੰਸਾਰ ਦੇ ਵਿੱਚ ਵਿਚਰਦੇ ਆ, ਘਰ ਪਰਿਵਾਰ ਦੇ ਵਿੱਚ ਵਿਚਰਦੇ ਆ, ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਦੀ ਉਸਤਤ ਦੇ ਵਿੱਚ ਲੱਗ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕਦੇ ਤੂੰ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ ਤੇ ਸਮਝ ਕਿ ਸਭ ਤੋਂ ਵੱਡੀ ਜੁਗਤ ਤੇਰੇ ਕੋਲ ਹੈ ਜੁੜਨ ਦੀ, ਨਹੀਂ ਤੇ ਜੀਵਨ ਜੋ ਹੈ ਬਰਬਾਦ ਹੋ ਰਿਹਾ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣਾ ਹੈ, ਜੋਗੀ ਕੀ ਐ। ਪਾਤਸ਼ਾਹ ਕਹਿੰਦੇ ਕੇਵਲ ਗੱਲਾਂ ਦੇ ਨਾਲ ਜੋਗ, ਗੱਲਾਂ ਦੇ ਨਾਲ ਜੋਗ ਨਹੀਂ ਹੋ ਸਕਦਾ। ਭਲਿਆ ਇੱਕ ਦ੍ਰਿਸ਼ਟ ਸੰਸਰ ਕਰਕੇ ਸਾਰਿਆਂ ਨੂੰ ਬਰਾਬਰ ਦੇਖੇਗਾ, ਹਰ ਪਾਸੇ ਤੈਨੂੰ ਬ੍ਰਹਮ ਦਾ ਪਸਾਰਾ ਦਿਸੇਗਾ, ਹਰ ਚੀਜ਼ ਦੇ ਅੰਦਰ ਪ੍ਰਮਾਤਮਾ, ਹਰ ਜੋਤ ਦੇ ਅੰਦਰ, ਹਰ ਜੋ ਕਣ ਕਣ ਦੇ ਵਿੱਚ ਪ੍ਰਮਾਤਮਾ ਤੈਨੂੰ ਦਿਸੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫੇਰ ਗੱਲ ਬਣੇਗੀ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਜਦੋਂ ਤੈਨੂੰ ਇਹ ਯਕੀਨ ਹੋ ਜਾਵੇਗਾ, ਜਲ ਥਲ ਮੇਇਲ ਰਿਆ ਭਰਪੂਰ, ਨਿਕਟ ਵਸੈ ਨਹੀਂ ਪ੍ਰਭੂ। ਪਾਤਸ਼ਾਹ ਕਹਿੰਦੇ ਜਦੋਂ ਤੈਨੂੰ ਇਹ ਸਮਝ ਆ ਜਾਵੇਗੀ ਕਿ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਪ੍ਰਮਾਤਮਾ ਨਹੀਂ, ਨੱਕੋ ਨੱਕ ਹਰ ਚੀਜ਼ ਦੇ ਅੰਦਰ ਪ੍ਰਮਾਤਮਾ ਭਰਿਆ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫੇਰ ਉਸ ਪ੍ਰਮਾਤਮਾ ਦੇ ਦਰ ਦੇ ਉੱਤੇ ਗੱਲ ਪੱਕੀ ਹੈ ਕਿ ਤੇਰੀ ਉਸ ਪ੍ਰਮਾਤਮਾ ਦੇ ਨਾਲ ਜੋ ਹੈ ਬਣ ਗਈ ਹੈ, ਤੂੰ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਤੇ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਜੋ ਸਾਨੂੰ ਸਮਝਾਉਣ ਦਾ ਯਤਨ ਕੀਤਾ, ਬਟੂਆ ਏਕ ਬੈਤਰ ਆਦਾਰੀ, ਏਕੋ ਜਿਸੇ ਦੁਆਰਾ, ਨਵੇਂ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ। ਬਟੂਆ, ਬਟੂਆ ਤੋਂ ਭਾਵ ਥੈਲਾ, ਉਹ ਥੈਲਾ ਜਿਸ ਵਿੱਚ ਜੋਗੀ ਲੋਕੀ ਵਿਭੂਤ ਪਾ ਕੇ ਰੱਖਦੇ। ਤੇ ਫਿਰ ਇੱਕ ਤੋਂ ਭਾਵ ਹੋ ਗਿਆ ਇੱਕ ਪ੍ਰਭੂ ਦਾ ਨਾਮ, 72 ਗਿਣਤੀ ਹੈ, 72 ਜਿਸਨੂੰ ਅਸੀਂ ਕਹਿੰਦੇ। ਤੇ ਸਤਿਗੁਰੂ ਪਾਤਸ਼ਾਹ ਆਧਾਰੀ ਤੋਂ ਭਾਵ ਝੋਲੀ, ਮਹਾਰਾਜ ਜਿਸੇ ਤੋਂ ਭਾਵ ਜਿਸ ਸਰੀਰ ਰੂਪ ਝੋਲੀ ਨੂੰ, ਤੇ ਦੁਆਰਾ ਤੋਂ ਭਾਵ ਪ੍ਰਭੂ ਨਾਲ ਮਿਲਣ ਲਈ ਇੱਕੋ ਇੱਕ ਦਰਵਾਜ਼ਾ, ਇੱਕੋ ਇੱਕ ਬੂਹਾ। ਸਤਿਗੁਰੂ ਪਾਤਸ਼ਾਹ ਇਸ ਸ਼ਬਦ ਦੇ ਅੰਦਰ, ਇਸ ਪੰਕਤੀ ਦੇ ਅੰਦਰ ਜੋ ਸਾਨੂੰ ਸੁਨੇਹਾ ਦੇ ਰਹੇ ਨੇ ਕਿ ਭਾਈ ਜੋਗੀ ਲੋਕੀ ਨੇ ਨਾ, ਉਹਨਾਂ ਦੇ ਕੋਲ ਥੈਲਾ ਹੁੰਦਾ ਹੈ। ਹੁਣ ਰਹਾਉ ਦੇ ਅੰਦਰ, ਪੰਕਤੀ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ, ਸਮਝਾਉਣ ਦਾ ਯਤਨ ਕੀਤਾ ਸੀ ਕਿ ਉਹ ਮਨੁੱਖ ਅਸਲ ਜੋਗੀ ਹੈ, ਉਸ ਨੂੰ ਮਾਨੋ 9 ਖਜ਼ਾਨੇ ਮਿਲ ਜਾਂਦੇ ਆ, 9 ਨਿਧ ਮਿਲ ਜਾਂਦੇ ਨੇ, ਜੋ ਮਾਇਆ ਗ੍ਰਸੀ ਆਤਮਾ ਨੂੰ ਚੁੱਕ ਕੇ
ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ। ਹੁਣ ਉੱਚਾ ਜਾਵੇਗਾ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਜਾਣ ਦੇ ਵਾਸਤੇ ਕੇਵਲ ਨਿਸ਼ਾਨੀਆਂ ਨਹੀਂ, ਤੇ ਉਹਨਾਂ ਨਿਸ਼ਾਨੀਆਂ ਨੂੰ ਹੀ ਸਤਿਗੁਰੂ ਉਹਨਾਂ ਹੀ ਅੱਖਰਾਂ ਨੂੰ ਇਸਤੇਮਾਲ ਕਰਕੇ ਸੱਚ ਜੋਗ ਜੋ ਨੇ ਉਹ ਸਮਝਾ ਰਹੇ ਨੇ ਜੋਗੀ। ਤੇ ਸਤਿਗੁਰੂ ਕਹਿੰਦੇ ਭਾਈ ਦੇਖ ਜੋਗੀ ਤੂੰ ਥੈਲਾ ਚੁੱਕਿਆ ਕਿ ਭਾਈ ਇਹ ਥੈਲਾ ਯੋਗ ਦੀ ਨਿਸ਼ਾਨੀ ਹੈ। ਤੇ ਮਾਰੇ ਕਹਿੰਦੇ ਨੇ ਦੇਖ ਭਾਈ ਉਹ ਜੋਗੀ ਇੱਕ ਪ੍ਰਭੂ ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ। ਜਿਸ ਯੋਗੀ ਦੀ ਗੱਲ ਰਾਹੋਂ ਦੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਗੱਲ ਕਰ ਰਹੇ ਨੇ ਨਾ, ਰਾਹੋਂ ਦੀ ਪੰਕਤੀ ਦੇ ਅੰਦਰ ਕਿ ਭਾਈ ਉਹਨੂੰ ਨੌ-ਨਿਤ ਮਿਲ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮਿਲਦੇ ਕਿਵੇਂ ਨੇ, ਉਹ ਪ੍ਰਵਾਨ ਹੁੰਦਾ ਕਿਵੇਂ ਹੈ? ਉਹ ਆਪਣੀ ਆਤਮਾ ਨੂੰ ਜੋ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਅੰਸ਼ ਹੈ ਉਸ ਨੂੰ ਤਲ ਤੋਂ ਧਰਤੀ ਤੋਂ ਚੁੱਕ ਕੇ ਭਾਵ ਨਿਵਾਨ ਤੋਂ ਚੁੱਕ ਕੇ ਉੱਪਰ ਕਿਵੇਂ ਲੈ ਜਾਂਦਾ ਹੈ? ਮਾਇਆ ਦੇ ਪ੍ਰਭਾਵ ਚੋਂ ਬਾਹਰ ਕਿਵੇਂ ਕੱਢਦਾ ਹੈ? ਤੇ ਉਹਦੇ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਬਟੂਆ ਏਕ ਬਿਹਤਰ ਆਧਾਰੀ ਏਕੋ ਜਿਸੇ ਦੁਆਰਾ। ਹੁਣ ਜੋਗੀਆਂ ਦਾ ਇੱਕ ਇਹ ਵੀ ਖਿਆਲ ਹੈ ਕਿ ਸਰੀਰ ਦੇ ਅੰਦਰ 72 ਵੱਡੀਆਂ ਨਾੜੀਆਂ। ਦੇਖੋ ਇਹ ਉਹਨਾਂ ਦਾ ਖਿਆਲ ਹੈ, ਇਹ ਕੋਈ ਸੱਚੀ ਮੋਹਰ ਨਹੀਂ। ਸਿਰਫ ਸਤਿਗੁਰੂ ਉਹਨਾਂ ਦੀਆਂ ਉਸ ਟਰਮੀਨੋਲੋਜੀ ਨੂੰ ਇਸਤੇਮਾਲ ਕਰਕੇ ਸਮਝਾ ਰਹੇ ਨੇ। ਤੇ ਮਾਰੇ ਕਹਿੰਦੇ ਨੇ ਭਾਈ ਉਹ ਜੋਗੀ ਇੱਕ ਪ੍ਰਭੂ ਦੇ ਨਾਮ ਨੂੰ ਹੀ ਆਪਣਾ ਬਟੂਆ ਬਣਾਉਂਦਾ ਹੈ। ਥੈਲਾ ਜੋ ਹੈ ਜਿਹਦੇ ਵਿੱਚ ਬਪੂਤ ਰੱਖੀ ਹੈ ਉਹ ਬਾਹਰ ਦਾ ਥੈਲਾ ਨਹੀਂ ਲਟਕਾ ਕੇ ਫਿਰਦਾ, ਜਿਸ ਦੀ ਗੱਲ ਰਾਹੋਂ ਦੀ ਪੰਕਤੀ ਦੇ ਅੰਦਰ ਹੋ ਰਹੀ ਹੈ। ਸਤਿਗੁਰੂ ਕਹਿੰਦੇ ਨੇ ਉਹ ਕਰਦਾ ਕੀ ਹੈ ਕਿ ਪ੍ਰਭੂ ਦੇ ਨਾਮ ਨੂੰ ਹੀ ਆਪਣਾ ਬਟੂਆ ਆਪਣਾ ਥੈਲਾ ਬਣਾਉਂਦਾ ਹੈ, ਜਿਹਦੇ ਵਿੱਚ ਉਹਨੇ ਵਿਭੂਤ ਪਾਈ ਹੈ। ਤੇ ਫਿਰ 72 ਨਾੜੀਆਂ ਵਾਲੇ ਸਰੀਰ ਨੂੰ, ਕਿਉਂਕਿ ਉਹ ਸਮਝਦੇ ਨੇ ਕਿ 72 ਨਾੜੀਆਂ ਦੇ ਵਿੱਚੋਂ 10 ਨਾੜੀਆਂ ਜੋ ਨੇ ਨਾ ਉਹ ਪ੍ਰਾਣਾਯਾਮ ਵਾਸਤੇ, ਸਵਾਸਾਂ ਨੂੰ ਰੋਕਣ ਵਾਸਤੇ, ਕੰਟਰੋਲ ਦੇ ਵਿੱਚ ਕਰਨ ਵਾਸਤੇ, ਕਿਉਂਕਿ ਉਹਨਾਂ ਦੇ ਆਪਣੇ ਆਪਣੇ ਆਸਨ ਨੇ, ਇਹ ਵੱਖਰਾ ਵਿਸ਼ਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਭਈ ਉਹ ਸਮਝਦੇ ਨੇ ਕਿ 72 ਨਾੜੀਆਂ ਵਾਲਾ ਇਹ ਸਰੀਰ ਹੈ ਤੇ ਉਹ ਸਰੀਰ ਦੀ ਸਾਧਨਾ 'ਚ ਹੀ ਲੱਗੇ ਰਹਿੰਦੇ। ਅੱਜ ਵੀ ਅਸੀਂ ਦੇਖਦੇ ਹਾਂ ਕਿ ਕਈ ਲੋਕੀ ਯੋਗ ਆਸਨ ਕਰਦੇ ਨੇ। ਸਰੀਰਕ ਕਸਰਤ ਇੱਕ ਵੱਖਰੀ ਗੱਲ ਹੈ, ਲੇਕਿਨ ਕਈ ਉਹ ਸਰੀਰ ਦੇ ਵਿੱਚੋਂ ਨਾੜਾਂ ਨੂੰ ਘੁਮਾਈ ਜਾਂਦੇ ਨੇ, ਬੜੇ ਅਲੱਗ-ਅਲੱਗ ਆਸਨ ਕਰੀ ਜਾਂਦੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਸਰੀਰ ਤਾਂ ਨਾਸ਼ਵਾਨ ਹੈ, ਇਸ ਲਈ ਇੱਕ ਦਿਨ ਵਿਨਾਸ਼ ਹੋ ਜਾਣਾ ਹੈ। ਇਹਨੂੰ ਆਪਣੇ ਅਧੀਨ ਕਰਨ ਦੇ ਨਾਲ, ਇਹਨੂੰ ਆਪਣੇ ਵਸ ਵਿੱਚ ਕਰਨ ਦੇ ਨਾਲ ਇਹਦੇ ਹੀ ਮਗਰ ਲੱਗਿਆ ਜੀਵਨ ਬਰਬਾਦ ਹੋ ਜਾਵੇ। ਫਿਰ ਤੇ ਅਧਰੰਗ ਹੋ ਗਿਆ ਨਾ ਕਿ ਸਰੀਰ ਦੇ ਅੰਦਰ ਆਤਮਾ ਹੈ, ਆਤਮਾ ਵਾਲੇ ਪਾਸੇ ਸੋਚਿਆ ਹੀ ਨਹੀਂ, ਕੇਵਲ ਸਰੀਰ ਵਾਲੇ ਪਾਸੇ ਹੀ ਲਗਾ ਰਹੇ, ਸਾਰੀ ਜ਼ਿੰਦਗੀ ਸਰੀਰ ਦੇ ਵਾਸਤੇ ਹੀ ਦੌੜ ਰਹੀ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਕਿ ਉਹ ਜਿਹੜਾ ਜੋਗੀ ਹੈ ਨਾ, ਜਿਸ ਜੋਗੀ ਦੀ ਰਾਹੋਂ ਦੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਗੱਲ ਕਰ ਰਹੇ ਨੇ ਕਿ ਭਾਈ ਉਹ ਨੌ-ਨਿਤ ਖਜ਼ਾਨੇ ਪ੍ਰਾਪਤ ਕਰ ਲੈਂਦਾ ਤੇ ਫਿਰ ਉਹ ਆਪਣੀ ਆਤਮਾ ਨੂੰ ਜਿਹੜੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਅੰਸ਼ ਹੈ ਉਸ ਨੂੰ ਤਲ ਤੋਂ ਚੁੱਕ ਕੇ, ਨਿਵਾਨ ਤੋਂ ਚੁੱਕ ਕੇ, ਵਿਕਾਰਾਂ ਵਿੱਚ ਲਿਬੜੀ ਹੋਈ ਨੂੰ ਚੁੱਕ ਕੇ ਤੇ ਫਿਰ ਨਿਰੰਕਾਰੀ ਬਣਾ ਦਿੰਦਾ, ਸੰਸਾਰੀ ਤੋਂ ਚੁੱਕ ਕੇ ਉੱਚਾ ਲੈ ਜਾਂਦਾ। ਤੇ ਸਤਿਗੁਰੂ ਕਰਦਾ ਕਿਵੇਂ ਹੈ? ਉਹਦੇ ਕੋਲ ਬਾਹਰੀ ਕੋਈ ਥੈਲਾ ਨਹੀਂ ਜਿਹਦੇ ਵਿੱਚ ਵੀ ਭੂਤ ਪਾਈ ਹੈ। ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਉਹ ਜੋਗੀ ਇੱਕ ਪ੍ਰਭੂ ਦੇ ਨਾਮ ਨੂੰ ਆਪਣਾ ਬਟੂਆ ਬਣਾਉਂਦਾ, ਆਪਣਾ ਥੈਲਾ ਬਣਾਉਂਦਾ ਤੇ ਫਿਰ 72 ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ। ਇਹਦੇ ਸਰੀਰ ਜੋ ਹੈ ਨਾ ਇਹਦੇ ਮਗਰ ਨਹੀਂ ਲੱਗ ਜਾਂਦਾ ਕਿਵੇਂ ਇਸ ਤਰ੍ਹਾਂ ਸਾਹ ਲਵਾਂਗਾ, ਇਸ ਤਰ੍ਹਾਂ ਕਰਾਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਵਾਲੀਆਂ ਘਾਲਣਾ 'ਚ ਨਹੀਂ ਪੈਂਦਾ, ਔਰ ਉਹਨਾਂ ਦੌੜਾਂ 'ਚ ਨਹੀਂ ਲੱਗਦਾ। ਇਹ ਜਿਹੜਾ ਸਰੀਰ ਹੈ ਇਸ ਨੂੰ ਝੋਲੀ ਬਣਾ ਲੈਂਦਾ ਹੈ। ਜਿਸ ਸਰੀਰ ਵਿੱਚ ਪ੍ਰਭੂ ਨੂੰ ਮਿਲਣ ਲਈ ਦਿਮਾਗ ਰੂਪੀ, ਉੱਚੀ ਸੁਰਤ ਰੂਪੀ ਇੱਕੋ ਇੱਕ ਦਰਵਾਜ਼ਾ ਹੈ, ਇੱਕੋ ਇੱਕ ਬੂਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕੋ ਉਸ ਪ੍ਰਮਾਤਮਾ ਦੇ ਨਾਲ ਮਿਲਣਾ, ਆਪਣੀ ਸੁਰਤੀ ਦੇ ਅੰਦਰ ਪ੍ਰਮਾਤਮਾ ਨੂੰ ਬਿਠਾਉਣਾ। ਤੇ ਜਦੋਂ ਸਾਡੇ ਕੋਲ ਧਰਮ ਦਾ ਗਿਆਨ ਹੈ, ਚੰਗੀ ਧਰਮ ਦੇ ਖਿਆਲ ਨੇ, ਸੱਚ ਕਰਕੇ ਸੁਰਤੀ ਦੇ ਅੰਦਰ ਪ੍ਰਮਾਤਮਾ ਬੈਠਾ ਹੋਇਆ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਸੇ ਦੇ ਨਾਲ ਹੀ ਪ੍ਰਮਾਤਮਾ ਦੇ ਨਾਲ ਸਾਡਾ ਮੇਲ ਹੈ। ਕੋਈ ਹੋਰ ਦੁਆਰ ਨਹੀਂ ਕਿ ਕਿਸੇ ਹੋਰ ਦੁਆਰ ਰਾਹੀਂ ਜਾ ਕੇ ਮਿਲਾਪ ਹੋਵੇਗਾ। ਤੇ ਸਤਿਗੁਰੂ ਉਸ ਜੋਗੀ ਦੀ ਗੱਲ ਕਰਦੇ ਨੇ ਕਿ ਭਾਈ ਮਨੁੱਖ ਕਿ ਉਹ ਜੋਗੀ ਇੱਕ ਪ੍ਰਭੂ ਨਾਮ ਨੂੰ ਆਪਣਾ ਬਟੂਆ ਬਣਾਉਂਦਾ, ਬਟੂਆ ਤੋਂ ਭਾਵ ਥੈਲਾ, ਜਿਹਦੇ ਵਿੱਚ ਵਿਭੂਤ ਪਾ ਕੇ ਰੱਖਦੇ ਨੇ। ਤੇ ਸਤਿਗੁਰੂ ਕਹਿੰਦੇ ਫਿਰ ਇਸ ਸਰੀਰ ਨੂੰ, ਇਸ ਸਰੀਰ ਦੇ ਮਗਰ ਨਹੀਂ ਲੱਗਦਾ ਕਿ ਭਾਈ ਮੈਂ ਯੋਗ ਸਾਧਨਾ ਦੇ ਨਾਲ ਸਰੀਰ ਨੂੰ ਵਸ ਕਰ ਲਵਾਂਗਾ, ਲੰਬੀ ਉਮਰ ਜੀ ਲਵਾਂਗਾ। ਸਤਿਗੁਰੂ ਕਹਿੰਦੇ ਉਹ ਇਹਨਾਂ ਵਿੱਚ ਨਹੀਂ ਵਸ ਕਰਦਾ, ਇਹਨਾਂ ਦੇ ਮਗਰ ਨਹੀਂ ਲੱਗਦਾ। ਸਗੋਂ ਉਹ ਕਰਦਾ ਕੀ ਹੈ? ਇਸ ਸਰੀਰ ਨੂੰ ਝੋਲੀ ਬਣਾ ਕੇ ਕਿ ਜਿੰਨੇ ਕੁ ਚਿਰ ਆਤਮਾ ਤੇ ਸਰੀਰ ਦਾ ਮੇਲ ਹੈ, ਇਸ ਵਿੱਚ ਦੇ ਸਮੇਂ ਦੇ ਵਿੱਚ ਜਨਮ ਤੇ ਮੌਤ ਪ੍ਰਮਾਤਮਾ ਦੇ ਹੱਥ ਹੈ। ਮੈਂ ਜਿਸ ਸੰਸਾਰ ਦੇ ਵਿੱਚ
ਜੋ ਖੱਟਣ ਵਾਸਤੇ ਆਇਆ, ਜੋ ਮੇਰੇ ਜੀਵਨ ਦਾ ਮਨੋਰਥ ਹੈ, ਸਤਿਗੁਰੂ ਕਹਿੰਦੇ ਨੇ ਉਹ ਚੰਗੇ ਗੁਣਾਂ ਨੂੰ ਇਸ ਸਰੀਰ ਦੇ ਹੁੰਦਿਆਂ ਇਕੱਠੇ ਕਰਦਾ ਹੈ, ਔਗੁਣਾਂ ਤੋਂ ਦੂਰ ਪਾਈਦਾ ਹੈ, ਔਗੁਣ ਦੂਰ ਕਰਦਾ ਹੈ, ਗੁਣ ਜੋ ਹੈ ਉਹਨਾਂ ਨੂੰ ਇਕੱਠੇ ਕਰਦਾ ਹੈ। ਤੇ ਫਿਰ ਸਤਿਗੁਰੂ ਕਹਿੰਦੇ ਜਿਸ ਸਰੀਰ ਵਿੱਚ ਪ੍ਰਭੂ ਨੂੰ ਮਿਲਣ ਲਈ ਦਿਮਾਗ ਰੂਪੀ ਇੱਕੋ ਇੱਕ ਬੂਹਾ, ਇੱਕੋ ਇੱਕ ਦਰਵਾਜ਼ਾ ਹੈ। ਨਵੇਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜਗ ਸਾਰਾ। ਹੁਣ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ 9 ਖੰਡਾਂ ਵਾਲੀ, ਨਵੇਂ ਖੰਡ ਤੋਂ ਭਾਗ ਹੋਇਆ 9 ਖੰਡਾਂ ਵਾਲੀ, 9 ਗੋਲਕਾਂ ਵਾਲੀ ਦੇਈ, ਤੇ ਪ੍ਰਿਥਵੀ ਤੋਂ ਭਾਵ ਹੋ ਗਿਆ ਸਰੀਰ ਰੂਪੀ ਧਰਤੀ, ਜਗ ਤੋਂ ਭਾਵ ਹੋ ਗਿਆ ਜਗਤ ਵਿੱਚ, ਤੇ ਸਾਰਾ ਤੋਂ ਭਾਵ ਹੈ ਸ੍ਰੇਸ਼ਟ। ਇੱਕ ਇੱਕ ਜਿਹੜੇ ਇਹ ਅੱਖਰ ਨੇ ਨਾ ਕਿ ਭਾਈ ਨਵੇਂ ਖੰਡ, 9 ਖੰਡ, 9 ਗੋਲਕਾਂ ਵਾਲੀ ਦੇਈ ਜੋ ਪਦ ਅਰਥ ਨੇ। ਪ੍ਰਿਥਵੀ ਤੋਂ ਭਾਵ ਹੋ ਗਿਆ ਸਰੀਰ ਰੂਪੀ ਧਰਤੀ, ਤੇ ਸਾਡੀ ਸਰੀਰ ਰੂਪੀ ਧਰਤੀ ਕਿਸੇ ਬਾਹਰੀ ਜ਼ਮੀਨ ਦੀ ਗੱਲ ਨਹੀਂ ਹੋ ਰਹੀ, 9 ਖੰਡ ਕੋਈ ਬਾਹਰਲੇ ਖੰਡਾਂ ਦੀ ਗੱਲ ਨਹੀਂ ਹੋ ਰਹੀ, ਸਰੀਰ ਦੀ ਗੱਲ ਹੋ ਰਹੀ ਹੈ। ਤੇ ਸਤਿਗੁਰ ਕਹਿੰਦੇ ਨੇ ਭਾਈ ਸਾਰੇ ਸੰਸਾਰ ਦੇ ਵਿੱਚ ਸਾਰਾ ਤੋਂ ਭਾਵ ਹੋ ਗਿਆ ਸ੍ਰੇਸ਼ਟ, ਤੇ ਜਗ ਹੋ ਗਿਆ ਜਗਤ ਵਿੱਚ। ਤੇ ਮਾਰੇ ਕਹਿੰਦੇ ਨੇ ਭਾਈ ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ ਬਾਹਰ ਪਾਲਣ ਵਾਸਤੇ ਨਹੀਂ ਜਾਂਦਾ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ। ਬਾਹਰ ਦੀ ਭਟਕਣਾ ਖਤਮ ਹੋ ਜਾਂਦੀ, ਜੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਨਾ, ਖਾਏ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤ, ਘਟ ਹੀ ਖੋਜੋ ਪਾਈ। ਸਤਿਗੁਰਾਂ ਦੀ ਬਾਹਰ ਦੀ ਭਟਕਣਾ ਮਿਟ ਜਾਂਦੀ ਹੈ ਕਿ ਬਾਹਰ ਜਾ ਕੇ ਪ੍ਰਮਾਤਮਾ ਨੂੰ ਲੱਭਾਂਗਾ। ਪਰ ਕਹਿੰਦੇ ਉਹ ਆਪਣੇ ਸਰੀਰ ਦੇ ਅੰਦਰ ਹੀ, ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ ਪ੍ਰਭੂ ਦੇ ਦਰ ਤੋਂ ਨਾਮ ਦੀ ਭਿਖਿਆ ਮੰਗਦਾ ਹੈ। ਉਹ ਥੈਲਾ ਚੁੱਕ ਕੇ, ਉਹ ਹੱਥ ਦੇ ਵਿੱਚ ਕੋਈ ਖੱਪਰ ਪਕੜ ਕੇ ਦਰਵਾਜ਼ੇ ਦੇ ਉੱਤੇ ਨਹੀਂ ਜਾਂਦਾ, ਉਹ ਸਾਰੀ ਧਰਤੀ ਦੀ ਜੋ ਹੈ ਸ੍ਰਿਸ਼ਟੀ ਦਾ ਭ੍ਰਮਣ ਨਹੀਂ ਕਰਦਾ। ਸਾਧੂ ਕਹਿੰਦੇ ਨੇ ਉਹ ਆਪਣੇ, ਉਹ ਜੋਗੀ ਜਿਹੜਾ ਇਸ ਸਰੀਰ ਦੇ ਅੰਦਰ ਹੀ ਟਿਕ ਕੇ ਪ੍ਰਭੂ ਦੇ ਦਰ ਤੋਂ, ਮਨੁੱਖਾਂ ਤੋਂ ਨਹੀਂ, ਪ੍ਰਭੂ ਦੇ ਦਰ ਤੋਂ ਨਾਮ ਦੀ ਭਿਖਿਆ ਮੰਗਦਾ ਹੈ। ਨਵੇਂ ਖੰਡ ਕੀ ਪ੍ਰਿਥਵੀ ਮੰਗ ਹੈ, 9 ਖੰਡਾਂ ਵਾਲੇ ਸਰੀਰ ਦੇ ਵਿੱਚ, ਸਰੀਰ ਰੂਪੀ ਧਰਤੀ ਦੇ ਵਿੱਚ ਮੰਗਦਾ ਹੈ ਪ੍ਰਮਾਤਮਾ ਦਾ ਨਾਮ। ਸੋ ਜੋਗੀ ਜਗ ਸਾਰਾ। ਤੇ ਸਤਿਗੁਰੂ ਕਹਿੰਦੇ ਸਾਡੀਆਂ ਨਜ਼ਰਾਂ ਵਿੱਚ ਤਾਂ ਉਹ ਜੋਗੀ ਜਗਤ ਦੇ ਵਿੱਚ ਸ੍ਰੇਸ਼ਟ ਜਗਤ ਜੋਗੀ ਆ ਭਾਈ, ਉਹ ਸਭ ਤੋਂ ਉੱਤਮ ਜੋਗੀ ਹੈ, ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਹੈ, ਉਸ ਨੂੰ ਜੁੜਨ ਦੀ ਜੁਗਤ ਆ ਗਈ ਹੈ। ਉਹ ਕੇਵਲ ਬਾਹਰੀ ਭੇਖ ਦੇ ਉੱਤੇ ਨਿਰਭਰ ਨਹੀਂ, ਉਹ ਕੇਵਲ ਬਾਹਰੀ ਭੇਖ ਰੱਖ ਕੇ ਲੋਕਾਂ ਦੇ ਵਿੱਚ ਹੀ ਇੱਕ ਭੁਲੇਖਾ ਨਹੀਂ ਪਾ ਰਿਹਾ, ਲੋਕਾਂ ਨੂੰ ਹੀ ਨਹੀਂ ਪਤੀਜ ਰਿਹਾ। ਉਹ ਸੱਚ ਕਰਕੇ ਆਪਣੇ ਸਾਈਂ ਨਿਰੰਕਾਰ ਅਕਾਲ ਪੁਰਖ ਪ੍ਰਮਾਤਮਾ, ਉਹਦੇ ਨਾਲ ਜੁੜ ਕੇ ਉਸ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣ ਦਾ ਯਤਨ ਕਰ ਰਿਹਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਐਸਾ ਜੋਗੀ ਨੋ ਨਿਤ ਪਾਵੈ, ਤਲ ਕਾ ਬ੍ਰਹਮ ਲੈ ਗਗਨ ਚਰਾਵੈ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹਾ ਜੋਗੀ 9 ਖਜ਼ਾਨੇ ਉਸ ਨੂੰ ਲੱਭਦੇ। ਇਹ 9 ਖਜ਼ਾਨੇ ਹੈ ਕਿੱਥੋਂ ਨੇ? ਬਾਣੀ ਦੇ ਅੰਦਰ ਪੜ੍ਹਦੇ ਆ, 9 ਨਿਤ ਅੰਮ੍ਰਿਤ ਪ੍ਰਭ ਕਾ ਨਾਮ। ਜਿਹੜਾ ਜੋਗੀਆਂ ਦੇ 9 ਖਜ਼ਾਨਿਆਂ ਦੀ ਗੱਲ ਸੀ ਨਾ, ਜਾਂ ਬਾਕੀ ਧਰਮ ਦੇ ਬਾਕੀ ਮਤਾਂ ਨੇ 9 ਖਜ਼ਾਨੇ ਮੰਨੇ ਸਨ, ਸਤਿਗੁਰੂ ਨੇ ਉਹਨਾਂ ਦੀ ਗੱਲ ਨਹੀਂ ਪਾਈ। ਉਹਦੇ ਵਾਸਤੇ 9 ਖਜ਼ਾਨੇ ਪ੍ਰਮਾਤਮਾ ਦਾ ਨਾਮ ਹੈ, ਉਹ 9 ਖਜ਼ਾਨੇ ਜਿਹੜੇ ਉਹਦੇ ਕੋਲ ਨੇ। ਐਸਾ ਜੋਗੀ ਨੌ ਨਿਧ ਪਾਵੈ, ਤਲ ਕਾ ਬ੍ਰਹਮ ਲੈ ਗਗਨ ਚਰਾਵੈ। ਉਸਨੇ ਆਪਣੀ ਆਤਮਿਕ ਅਵਸਥਾ ਨੂੰ ਮਾਇਆ ਦੇ ਵਿੱਚੋਂ ਚੁੱਕ ਕੇ ਉੱਪਰ ਲੈ ਗਿਆ। ਉਹ ਹੁਣ ਸੰਸਾਰੀ ਨਹੀਂ, ਉਹ ਨਿਰੰਕਾਰੀ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਮਨੁੱਖ ਅਸਲ ਜੋਗੀ ਬਣ ਗਿਆ, ਸੱਚ ਕਰਕੇ ਉਹ ਜੋਗੀ ਬਣ ਗਿਆ। ਖਿੰਥਾ ਗਿਆਨ ਧਿਆਨ ਕਰ ਸੂਈ, ਸ਼ਬਦ ਤਾਗਾ ਮੱਥ ਘਾਲੈ। ਖਿੰਥਾ ਤੋਂ ਭਾਵ ਗੋਦੜੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਆਪਣੇ ਨਾਲ ਕਿਹੜੀ ਗੋਦੜੀ ਰੱਖਦਾ? ਉਹ ਗੋਦੜੀ ਰੱਖਦਾ ਗਿਆਨ ਦੀ, ਗਿਆਨ ਦੀ ਗੋਦੜੀ ਨਾਲ ਰੱਖਦਾ ਹੈ। ਤੇ ਧਿਆਨ ਦੀ ਸੂਈ, ਪ੍ਰਭੂ ਪ੍ਰਮਾਤਮਾ ਦੇ ਧਿਆਨ ਦੀ ਜੋ ਹੈ ਸੂਈ ਰੱਖਦਾ। ਤੇ ਸਤਿਗੁਰੂ ਦੇ ਗਿਆਨ ਵੀ ਕਿਹੜਾ? ਸੱਚ ਦਾ ਗਿਆਨ। ਉਹ ਗਿਆਨ ਜਿਹੜਾ ਇਸ ਨੂੰ ਧਰਮੀ ਬਣਾਉਂਦਾ ਹੈ, ਧਰਮ ਦਾ ਗਿਆਨ, ਸੱਚ ਦਾ ਗਿਆਨ। ਸ਼ਬਦ ਤਾਗਾ ਮੱਥ ਘਾਲੈ। ਹੁਣ ਖਿੰਥਾ ਤੋਂ ਭਾਵ ਗੋਦੜੀ, ਤਾਗਾ ਜਿਹੜਾ
ਮੱਥ ਤੋਂ ਭਾਵ ਹੋ ਗਿਆ ਵੱਟ ਕੇ, ਤੇ ਕਾਲਾ ਤੋਂ ਭਾਵ ਪਾਉਂਦਾ ਹੈ। ਮਾਰੇ ਕਹਿੰਦੇ ਭਾਈ ਉਹਦੇ ਕੋਲ ਗੋਦੜੀ ਹੈ, ਹੁਣ ਸੂਈ ਵੀ ਉਹਨੇ ਰੱਖੀ ਹੈ, ਧਾਗਾ ਵੀ ਰੱਖਿਆ, ਗੋਦੜੀ ਨੂੰ ਬਾਰ-ਬਾਰ ਸੀ ਵੀ ਜਾਂਦਾ, ਜਦੋਂ ਟੁੱਟਣਗੇ ਧਾਗੇ ਉਹਨਾਂ ਨੂੰ ਟਾਂਕੇ ਵੀ ਲਾਏ ਜਾਂਦਾ, ਥੈਲੇ ਦੇ ਅੰਦਰ ਇਹ ਸਮਾਨ ਵੀ ਉਹਨੇ ਰੱਖਿਆ, ਕਿਉਂਕਿ ਘਰ-ਬਾਰ ਤੋਂ ਉਹਨੇ ਛੱਡਿਆ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਸੱਚ ਕਰਕੇ ਯੋਗੀ ਹੈ ਨਾ, ਉਹ ਕੀ ਕਰਦਾ ਹੈ? ਅਸਲ ਯੋਗੀ ਧਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸੁਰਤ ਦੀ ਸੂਈ ਤਿਆਰ ਕਰਦਾ ਹੈ। ਉਹ ਸੂਈ ਜਿਹੜੀ ਹਰ ਵੇਲੇ ਪ੍ਰਮਾਤਮਾ ਦੀ ਸੁਰਤ ਦੇ ਵਿੱਚ ਜੁੜੀ ਹੋਈ ਹੈ, ਪ੍ਰਮਾਤਮਾ ਦੀ ਸੁਰਤ ਦੇ ਵਿੱਚ ਜੁੜਨਾ ਹੀ ਉਹਦੇ ਵਾਸਤੇ ਸੂਈ ਹੈ। ਤੇ ਫਿਰ ਗੁਰੂ ਦਾ ਜਿਹੜਾ ਸ਼ਬਦ ਹੈ, ਸ਼ਬਦ ਰੂਪੀ ਧਾਗਾ ਵੱਟ ਕੇ ਤੋਂ ਭਾਵ ਮੁੜ ਕੇ ਸ਼ਬਦ ਦੀ ਕਮਾਈ ਕਰਕੇ, ਮੁੜ ਕੇ ਸ਼ਬਦ ਦੀ ਕਮਾਈ ਕਰਕੇ। ਇਸੇ ਕਰਕੇ ਬਾਣੀ ਸਾਨੂੰ ਸਮਝਾਉਂਦੀ ਹੈ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹ ਗੁਰੂ ਕੇ ਸਿੱਖੋ, ਆਓ ਆ ਕੇ ਗੁਰੂ ਦੀ ਬਾਣੀ ਨੂੰ ਗਾਓ, ਗੁਰੂ ਦੀ ਬਾਣੀ ਨੂੰ ਬਾਰ-ਬਾਰ ਪੜੋ, ਸ਼ਬਦ ਨੂੰ ਮੱਥੋ। ਮੱਥਣ ਤੋਂ ਭਾਵ ਹੋ ਗਿਆ ਬਾਰ-ਬਾਰ ਮੁੜ ਕੇ ਸ਼ਬਦ ਨੂੰ ਪੜਨਾ, ਉਹਦੇ ਉੱਤੇ ਵਿਚਾਰ ਕਰਨੀ, ਸ਼ਬਦ ਦੀ ਕਮਾਈ ਕਰਨੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਬਾਰ-ਬਾਰ ਕੇ ਮੱਥ ਕੇ ਨਾ ਧਾਗਾ ਧਿਆਨ ਦਾ ਉਸ ਸੂਈ ਵਿੱਚ ਪਾਉਂਦਾ ਹੈ। ਸਤਿਗੁਰੂ ਕਹਿੰਦੇ ਫੇਰ ਇਹੋ ਜਿਹਾ ਜਿਹੜਾ ਜੀਵਨ ਹੈ ਨਾ ਉਸਦਾ, ਉਹ ਜੀਵਨ ਉਸ ਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾ ਰਿਹਾ, ਪ੍ਰਮਾਤਮਾ ਨਾਲ ਉਹ ਜੁੜ ਰਿਹਾ, ਸੱਚ ਕਰਕੇ ਉਹ ਜੋਗੀ ਬਣ ਰਿਹਾ ਹੈ। ਸੱਚਾ ਜੋਗ ਉਹਦੇ ਕੋਲ ਹੈ। ਪੰਜ ਤਤ ਕੀ ਕਰ ਮਿਰਗਾਨੀ, ਗੁਰ ਕੈ ਮਾਰਗ ਚਾਲੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਪਾਸੇ ਖਿੰਥਾ ਦੀ ਗੱਲ ਹੋ ਗਈ ਗੋਦੜੀ ਦੀ, ਤੇ ਦੂਜੇ ਪਾਸੇ ਕਈ ਵਾਰ ਮਿਰਗਸ਼ਾਲਾ ਦਾ ਆਸਣ ਲਾਉਂਦੇ, ਮਿਰਗਾਣੀ ਤੋਂ ਭਾਵ ਮਿਰਗਸ਼ਾਲਾ। ਤੇ ਪੰਜ ਤੱਤ ਹੋ ਗਏ ਸਰੀਰ ਦੇ, ਉਹ ਪੰਜ ਤੱਤ ਜਿਨ੍ਹਾਂ ਤੋਂ ਸਰੀਰ ਬਣਿਆ। ਤੇ ਸਤਿਗੁਰੂ ਪਾਤਸ਼ਾਹ ਮਾਰਗ ਤੋਂ ਭਾਵ ਰਸਤੇ, ਚਾਲਾ ਤੋਂ ਭਾਵ ਤੁਰਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਸਮਝਾ ਰਹੇ ਨੇ ਕਿ ਪੰਜ ਤੱਤ ਕੀ ਕਰ ਮਿਰਗਾਨੀ, ਗੁਰ ਕੈ ਮਾਰਗ ਚਾਲੈ। ਉਹ ਆਪਣੇ ਸਰੀਰਕ ਮੋਹ ਚੋਂ ਬਾਹਰ ਨਿਕਲਦਾ ਹੈ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ, ਜਿਵੇਂ ਮਿਰਗਸ਼ਾਲਾ ਦੇ ਉੱਤੇ ਬੈਠ ਜਾਂਦਾ ਨਾ ਬੰਦਾ। ਤੇ ਸਤਿਗੁਰੂ ਕਹਿੰਦੇ ਭਾਈ ਉਹ ਕੋਈ ਹੋਰ ਮਿਰਗਸ਼ਾਲਾ ਨਹੀਂ ਵਿਛਾਉਂਦਾ, ਉਹ ਆਪਣੇ ਸਰੀਰ ਦੇ ਮੋਹ ਨੂੰ ਪੈਰਾਂ ਦੇ ਹੇਠ ਦਬ ਕੇ ਤੇ ਫਿਰ ਸਤਿਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਤੁਰਦਾ ਹੈ। ਅਸਲੀ ਯੋਗ ਇਹ ਹੈ ਕਿ ਸਤਿਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਹੀ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਕਹਿੰਦੇ ਪਏ ਗੁਰਸਿੱਖ ਮਿੱਤਰ ਗੁਰੂ ਦੀ ਚਾਲ ਚ, ਜੋ ਗੱਲ ਗੁਰੂ ਕਹਿ ਰਿਹਾ, ਜੋ ਗੁਰ ਕਹੈ ਸੋਹੀ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿ ਜੋ ਗੁਰੂ ਕਹਿ ਰਿਹਾ ਉਸ ਨੂੰ ਭਲਾ ਕਰਕੇ ਮੰਨਣਾ ਹੈ। ਇਤ ਮਾਰਗ ਚੱਲੇ ਭਾਈ ਜਿਹੜੇ, ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਕਿਉਂ ਪਾਵੇਂ ਹਰ ਦਸਾ ਜਿਹੜਾ ਲਗਿਆ ਨਾ ਤਾਤੀ ਵਾਉ। ਸਮਝਦੇ ਪ੍ਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ ਕਿਹੜੇ ਮਾਰਗ ਦੇ ਉੱਤੇ ਚੱਲਣਾ ਪਵੇਗਾ? ਮਨ ਦੀ ਮਤ ਤਿਆਗਣੀ ਪਵੇਗੀ, ਗੁਰੂ ਦਾ ਦੱਸਿਆ ਹੋਇਆ ਮਾਰਗ ਜਾਓ ਅਪਣਾਉਣਾ ਪਵੇਗਾ। ਜੇ ਕਿਤੇ ਮਨ ਹਟ ਕਰਕੇ ਕਰਮ ਕਰ ਰਿਹਾ ਹੈ ਤੇ ਸਭ ਕਹਿੰਦੇ ਕਿਤੇ ਭੁਲੇਖੇ ਦੇ ਅੰਦਰ ਹੈ। ਮਨ ਹਟ ਕਰਮ ਕਰਾਇ ਅਪਮਾਨੀ, ਜਿਉ ਬਾਲਕ ਬਾਰੂ ਘਰ ਉਸਰਈਆ। ਸਭ ਨੇ ਕਈ ਵਾਰ ਧਰਮ ਦੇ ਖੇਤਰ ਦੇ ਅੰਦਰ ਮਨੁੱਖ ਮਨ ਹਟ ਕਰਮ ਕਰਦਾ ਹੈ, ਸੱਚ ਕਰਕੇ ਧਰਮ ਨਹੀਂ। ਤੇ ਮਾਰੇ ਕਹਿੰਦੇ ਹਾਲਤ ਇਹ ਹੈ ਕਿ ਜਿਵੇਂ ਕੋਈ ਬਾਲਕ, ਕੋਈ ਬੱਚਾ ਰੇਤ ਦੀ ਕੰਧ ਬਣਾ ਰਿਹਾ ਹੋਵੇ, ਆਵੇ ਲਹਿਰ ਸਮੁੰਦ ਸਾਗਰ ਕੀ, ਖਿਨ ਮੈਂ ਪਿੰਨ ਪਿੰਨ ਟਹਿ ਗਈ ਆ, ਟਹਿ ਪਈ ਆ। ਸਭ ਕਹਿੰਦੇ ਭਾਈ ਰੇਤ ਦੀ ਕੰਧ ਸਮੁੰਦਰ ਦੇ ਕਿਨਾਰੇ ਦੇ ਉੱਤੇ ਬੱਚਾ ਬਣਾ ਰਿਹਾ ਹੈ, ਤੇ ਲਹਿਰ ਆਈ ਸਮੁੰਦਰ ਦੀ, ਉਹ ਇੱਕਦਮ ਟਹਿਟੇਰੀ ਹੋ, ਇੱਕ ਘੜੀ ਦੇ ਵੀ ਟਹਿਟੇਰੀ ਹੋ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਮਨ ਹਟ ਕਰਮ ਨੇ ਭਾਈ, ਸੱਚ ਕਰਕੇ ਧਰਮੀ ਬਣ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਸਮਝਾ ਰਹੇ ਨੇ, ਪੰਜ ਤਤ ਕੀ ਕਰ ਮਿਰਗਾਨੀ, ਗੁਰ ਕੈ ਮਾਰਗ ਚਾਲੈ। ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਰਾਹ ਦੇ ਦੱਸੇ ਰਾਹ ਦੇ ਉੱਤੇ ਜਿਹੜਾ ਸੱਚਾ ਯੋਗੀ ਹੈ ਉਹ ਉੱਤੇ ਤੁਰਦਾ ਹੈ, ਉਸ ਦੇ ਉੱਤੇ ਚੱਲਦਾ ਹੈ। ਦਿਆ ਫੌਰੀ ਕਾਇਆ ਕਰ ਧੂਈ, ਦ੍ਰਿਸ਼ਟ ਕੀ ਅਗਨ ਜਲਾਵੈ। ਹੁਣ ਧੂਣੀ ਵੀ ਲਾਉਂਦੇ ਨੇ, ਧੂਣੀ ਵੀ ਬਾਲ ਕੇ ਉਹਦੇ ਅੱਗੇ ਪਿੱਛੇ ਯੋਗੀ ਲੋਕੀ ਬੈਠੇ ਹੁੰਦੇ ਨੇ। ਫਿਰ ਉਸ ਦੀ ਸਵਾਹ ਇਕੱਠੀ ਕਰਨ ਵਾਸਤੇ ਪਹੌੜੀ ਵੀ ਰੱਖੀ ਹੁੰਦੀ ਹੈ, ਧੂਆਂ ਵੀ ਹੈ, ਧੂਣੀ ਵੀ ਪਾਈ ਜਾ ਰਹੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਜੋਗੀ ਹੈ ਨਾ, ਅਸਲੀ ਜੋਗੀ, ਇਹ ਫਿਰ ਦੁਨਿਆਵੀ ਜੋਗੀ ਦੀ ਤਰ੍ਹਾਂ ਕਿਤੇ ਧੂਣੀਆਂ ਲਾ ਕੇ ਨਹੀਂ ਬੈਠਾ ਹੋਇਆ।
ਉਹਦੇ ਵਿੱਚ ਸਮਗਰੀ ਨਹੀਂ ਸੁੱਟੀ ਜਾ ਰਿਹਾ ਕਿ ਜਿੰਨਾ ਧੂੰ ਜ਼ਿਆਦਾ ਉੱਠੇਗਾ ਉਤਨਾ ਜ਼ਿਆਦਾ ਉਹਦਾ ਯੋਗ ਜੋ ਹੈ ਪ੍ਰਚੰਡ ਹੋਵੇਗਾ ਲੋਕਾਂ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿੱਚ ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ, ਹਰ ਥਾਂ ਦੇ ਉੱਤੇ ਵੇਖਣ ਵਾਲੀ ਨਜ਼ਰ ਦੀ ਅੱਗ ਬਾਲਦਾ ਕਿ ਹਰ ਥਾਂ ਪਰਮਾਤਮਾ ਹੈ, ਉਹ ਅੱਗ ਦੇ ਭਾਂਬੜ ਪਖਾਉਂਦਾ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਨੇ ਕਿ ਸਰੀਰ ਦੀ ਧੂਣੀ ਬਣਾ ਕੇ ਉਸ ਵਿੱਚ ਪ੍ਰਭੂ ਨੂੰ ਹਰ ਥਾਂ ਦੇ ਉੱਤੇ ਦੇਖਣ ਵਾਲੀ ਨਜ਼ਰ ਦੀ ਅੱਗ ਬਾਲਦਾ ਹੈ। ਤੇ ਇਸ ਸਰੀਰ ਰੂਪੇ ਧੂਏ ਦੇ ਵਿੱਚੋਂ ਭਲੇ ਗੁਣ ਇਕੱਠੇ ਕਰਨ ਵਾਸਤੇ, ਚੰਗੇ ਗੁਣ ਇਕੱਠੇ ਕਰਨ ਵਾਸਤੇ ਦਿਆ ਦੀ ਪਹੌੜੀ ਬਣਾਉਂਦਾ ਹੈ। ਅਖੋਤੀ ਦਿਆ ਨਹੀਂ, ਦਿਆ ਦੀ ਪਹੌੜੀ, ਅਖੋਤੀ ਉਹ ਪਹੌੜੀ ਨਹੀਂ ਜਿਹਦੇ ਨਾਲ ਸੁਆ ਇਕੱਠੀ ਕੀਤੀ ਜਾ ਰਹੀ ਹੈ ਜਿੱਥੇ ਧੂਣੀ ਲਾਈ ਹੋਈ ਹੈ। ਸਤਿਗੁਰੂ ਦਿਆ ਦੀ ਉਹਦੇ ਕੋਲ ਪਹੌੜੀ ਹੈ। ਤੇ ਫਿਰ ਤਿਸਕਾ ਪਾਓ ਲਹਿਰ ਦੇ ਅੰਤਰ ਚੋ ਜੁਗ ਤਾੜੀ ਲਾਵੈ। ਤਿਸਕਾ ਤੋਂ ਭਾਵ ਉਸ ਪ੍ਰਭੂ ਦਾ, ਭਾਵ ਤੋਂ ਭਾਵ ਪਿਆਰ, ਤੇ ਚੋ ਜੁਗ ਹੋ ਗਿਆ ਸਦਾ ਹੀ ਅਟਲ। ਇਹ ਕਿਸੇ ਯੁਗਾਂ ਦੀ ਗੱਲ ਨਹੀਂ, ਸਤਿਗੁਰੂ ਸਦਾ ਹੀ ਅਟਲ। ਤੇ ਤਾੜੀ ਲਾਵੈ ਤੋਂ ਭਾਵ ਸੁਰਤ ਜੋੜ ਕੇ ਰੱਖਦਾ ਹੈ, ਸੁਰਤ ਜੋੜੀ ਰੱਖਦਾ ਹੈ। ਤਿਸਕਾ ਪਾਓ ਲਹਿਰ ਦੇ ਅੰਤਰ ਚੋ ਜੁਗ ਤਾੜੀ ਲਾਵੈ। ਇਹੋ ਜਿਹਾ ਜੋਗੀ ਉਸ ਪ੍ਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦਾ ਹੈ। ਹਰ ਵੇਲੇ ਉਹਦੀ ਸੁਰਤ ਜੋ ਹੈ ਉਹ ਪ੍ਰਮਾਤਮਾ ਦੇ ਵਿੱਚ ਜੁੜੀ ਹੋਈ ਹੈ, ਉਹਦੇ ਸਿਮਰਨ ਵਿੱਚ ਜੁੜੀ ਹੋਈ ਹੈ, ਉਹਦੇ ਕੀਰਤੀ ਤੇ ਉਸਤਤ ਦੇ ਵਿੱਚ ਜੁੜੀ ਹੋਈ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪ੍ਰਾਨਾ ਹੈ। ਪਿੰਡ ਤੋਂ ਭਾਵ ਸਰੀਰ ਤੇ ਜੋਗਤਨ ਜੋਗ ਕਮਾਉਣ ਦਾ ਉਦਮ ਜੋਗਤਨ ਮਾਰੇ ਬਖਸ਼ਿਸ਼ ਕਰਦੇ ਨੇ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਾਰ ਹੈ। ਕਿ ਜੋਗ ਦਾ ਸਭ ਤੋਂ ਉੱਤਮ ਜੋ ਅਸੀਂ ਨਿਸ਼ਾਨੀ ਮੰਨਾਂਗੇ ਜਾਂ ਉਸ ਦਾ ਸਭ ਤੋਂ ਉੱਤਮ ਕਰਮ ਜੇਕਦੇ ਮੰਨਾਂਗੇ ਕਿ ਜਿਸ ਪ੍ਰਭੂ ਪ੍ਰਮਾਤਮਾ ਨੇ ਇਹ ਸਰੀਰ ਦਿੱਤਾ ਹੈ, ਇਹਦੇ ਵਿੱਚ ਆਤਮਾ ਦਿੱਤੀ ਹੈ, ਹਰ ਵੇਲੇ ਉਸ ਤੇ ਸਿਮਰਨ ਦੇ ਵਿੱਚ ਜੁੜੇ ਰਹਿਣਾ ਮਾਰੇ ਕਹਿੰਦੇ ਭਈ ਇਹ ਚੰਗੇ ਜੋਗ ਦਾ ਆਹਾਰ ਹੈ। ਕੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ। ਦੇ ਤੋਂ ਭਾਵ ਦਿੰਦਾ ਹੈ, ਸੱਚਾ ਸਦਾ ਟਿਕਿਆ ਰਹਿਣ ਵਾਲਾ, ਨਿਸ਼ਾਨਾ ਮੱਥੇ ਦੇ ਉੱਤੇ ਨੂਰ, ਜਿਹਨੂੰ ਅਸੀਂ ਕਹਿ ਸਕਦੇ ਹਾਂ ਭਾਈ ਇੱਜ਼ਤ ਪਹਿਚਾਨ। ਤੇ ਜੀ ਕਹਿੰਦੇ ਨੇ ਭਾਈ ਇਹ ਕਬੀਰ ਆਖ ਕੇ ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ ਥਿਰ ਰਹਿਣ ਵਾਲਾ ਨੂਰ ਬਖਸ਼ਦਾ ਹੈ। ਜੇ ਕੋਈ ਇਹੋ ਜਿਹਾ ਯੋਗੀ ਹੋ ਜਾਵੇ ਜਿਹੜਾ ਕੇਵਲ ਬਾਹਰੀ ਭੇਖ ਤੋਂ, ਬਾਹਰੀ ਨਿਸ਼ਾਨੀਆਂ ਤੋਂ ਉੱਪਰ ਉੱਠ ਕੇ ਸੱਚ ਕਰਕੇ ਆਪਣੇ ਸਰੀਰ ਨੂੰ, ਜਿਹੜਾ ਸਰੀਰ ਹੈ ਇਸ ਨੂੰ ਜਿਵੇਂ ਕੋਈ ਘੋੜਾ ਹੈ ਨਾ ਉਹਦਾ ਸਫ਼ਰ ਕੀਤਾ ਜਾਂਦਾ ਹੈ ਤੇ ਘੋੜੇ ਨੂੰ ਸਫ਼ਰ ਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਜੋ ਗੱਲ ਸਮਝਾ ਰਹੇ ਨੇ ਉਹ ਇਸ ਤਰ੍ਹਾਂ ਹੈ ਕਿ ਭਾਈ ਇਸ ਸਰੀਰ ਨੂੰ ਇਸਤੇਮਾਲ ਕਰਕੇ ਜਿਹੜਾ ਆਤਮਾ ਦਾ ਸਫ਼ਰ ਹੈ, ਜਿਸ ਮੁੱਖ ਕਾਰਨ ਦੇ ਵਾਸਤੇ, ਮਨੋਰਥ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ, ਜੋ ਸਾਡੀ ਮੰਜ਼ਿਲ ਹੈ, ਉਸ ਤੱਕ ਜਿਹੜਾ ਪੁੱਜ ਜਾਵੇ ਅਸਲ ਵਿੱਚ ਉਹੀਓ ਜੋਗੀ ਹੈ। ਤੇ ਜਿਹੜਾ ਸਰੀਰ ਦੇ ਅਧੀਨ ਰਿਹਾ, ਕੇਵਲ ਨਿਸ਼ਾਨੀਆਂ ਦੇ ਅਧੀਨ ਰਿਹਾ, ਤੇ ਸਤਿਗੁਰੂ ਕਹਿੰਦੇ ਉਹ ਸੱਚ ਕਰਕੇ ਜੋਗੀ ਨਹੀਂ। ਇਹ ਕਬੀਰ ਆਖ ਕੇ ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ ਥਿਰ ਰਹਿਣ ਵਾਲਾ ਨੂਰ ਬਖਸ਼ਦਾ ਹੈ। ਸਤਿਗੁਰੂ ਕਹਿੰਦੇ ਭਾਈ ਭਗਤ ਜੀ ਕਹਿੰਦੇ ਨੇ ਕਿ ਭਾਈ ਜਿਸ ਨੂੰ ਪ੍ਰਭੂ ਪ੍ਰਮਾਤਮਾ ਦਾ ਨਾਮ, ਜਿਸ ਪ੍ਰਭੂ ਪ੍ਰਮਾਤਮਾ ਨੇ ਸਰੀਰ ਦਿੱਤਾ, ਆਤਮਾ ਦਿੱਤੀ, ਜਿਹੜਾ ਹਰ ਵੇਲੇ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਹੈ, ਉਹਦੇ ਗੁਣਾਂ ਦਾ ਧਾਰਨੀ ਹੈ, ਉਹਦੀ ਉਸਤਤ ਕਰ ਰਿਹਾ, ਆਪਣੀ ਸੁਰਤੀ ਦੇ ਅੰਦਰ ਪ੍ਰਮਾਤਮਾ ਨੂੰ ਵਸਾ ਕੇ ਰੱਖਿਆ, ਸੱਚ ਕਰਕੇ ਜੁੜਿਆ, ਉਹ ਸੱਚ ਕਰਕੇ ਜੋਗੀ ਹੈ। ਤੇ ਸਦੀਵੀ ਤੌਰ ਦੇ ਉੱਤੇ ਉਹਦੇ ਮੱਥੇ ਦੇ ਉੱਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਦਾ ਜੋ ਨਿਸ਼ਾਨ ਹੈ ਉਹ ਸਦੀਵੀ ਹੈ। ਉਹ ਫਿਰ ਸੰਸਾਰ ਦੇ ਅੰਦਰ ਕਿਤੇ ਵੀ ਹੋਵੇ, ਕਿਸੇ ਜ਼ਾਤ ਦਾ ਹੋਵੇ, ਜਿੰਨੀ ਮਰਜ਼ੀ ਉਹਦੀ ਆਰਥਿਕ ਦਿਸ਼ਾ ਮਾੜੀ ਹੋਵੇ, ਸਤਿਗੁਰੂ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਕੋ ਚੋਹ ਕੁੰਟ ਮਾਨੈ। ਫਿਰ ਇੱਕ ਇਹੋ ਜਿਹੀ ਨਿਸ਼ਾਨੀ, ਇਹੋ ਜਿਹੀ ਪ੍ਰਸਿੱਧੀ ਉਹਦੇ ਪੱਲੇ ਪੈਂਦੀ ਹੈ
ਫਿਰ ਸੰਸਾਰ ਦੇ ਅੰਦਰ, ਕੁੱਲ ਕਾਇਨਾਤ ਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ। ਸੋ ਗੁਰੂ ਪਿਆਰ ਵਾਲਿਓ, ਸ਼ਬਦ ਦੀ ਵਿਚਾਰ ਜਿੰਨੀ ਕੋ ਸੋਝੀ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ, ਆਪ ਜੀ ਦੀ ਕਿਰਪਾ ਸਦਕਾ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਹੈ ਮੈਂ ਸੱਚ ਕਰਕੇ ਜੋ ਸਤਿਗੁਰਾਂ ਦੇ ਇਹ ਬਚਨ ਨੇ, ਭਗਤ ਜੀ ਨੇ, ਇਹਨਾਂ ਦੀ ਵਿਚਾਰ ਚੰਗੀ ਤਰ੍ਹਾਂ ਨਾਲ ਕਰ ਸਕਿਆ ਹੋਵਾਂ। ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣ, ਸੰਗਤ ਬਖਸ਼ਣ ਯੋਗ ਹੈ। ਆਸ ਹੈ ਖਿਮਾ ਕਰੋਗੇ। ਸ਼ਬਦ ਤੋਂ ਸੇਧ ਲੈਣੀ ਹੈ ਕਿ ਸਾਡੇ ਵੀ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਅਸੀਂ ਨਿਸ਼ਾਨੀਆਂ ਤੱਕ ਹੀ ਨਾ ਸੀਮਤ ਰਹਿ ਜਾਈਏ। ਅਸੀਂ ਸੱਚ ਕਰਕੇ ਜੋ ਗੁਰੂ ਦਾ ਮਾਰਗ ਹੈ ਉਹਨੂੰ ਅਪਣਾਉਣ ਦਾ ਯਤਨ ਕਰੀਏ, ਉਹਦੇ ਅਨੁਸਾਰ ਜੀਵਨ ਜਿਉਣ ਦਾ ਯਤਨ ਕਰੀਏ। ਜੋ ਗੁਰੂ ਪੰਥ ਨੇ ਸਾਡੇ ਨੂੰ ਸਿਧਾਂਤ ਦਿੱਤੇ ਨੇ, ਜੋ ਸਾਡੀ ਮਰਿਆਦਾ ਹੈ, ਉਹਦੇ ਹਰ ਪੱਖ ਦੇ ਉੱਤੇ, ਹਰ ਪਹਿਲੂ ਦੇ ਉੱਤੇ ਜੋ ਪਹਿਰਾ ਦੇਣਾ ਸਾਡਾ ਫਰਜ਼ ਹੈ। ਪਰ ਗੁਰੂ ਦਾ ਜੋ ਸਿਧਾਂਤ ਹੈ ਕਿ ਜਿਸ ਮਨੋਰਥ ਵਾਸਤੇ ਸੰਸਾਰ ਚ ਆਏ ਹਾਂ, ਪਰਮਾਤਮਾ ਦੀ ਭਜਨ ਬੰਦਗੀ ਹੈ, ਉਸ ਦੇ ਨਾਲ ਜੁੜ ਕੇ, ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਕੇ ਜੀਵਨ ਨੂੰ ਸਫਲ ਕਰਨਾ ਹੈ। ਨਹੀਂ ਤੇ ਅੱਜ ਅਸੀਂ ਆਮ ਕਰਕੇ ਦੇਖ ਰਹੇ ਹਾਂ ਕਿ ਕਈ ਥਾਵਾਂ ਦੇ ਉੱਤੇ ਸਾਨੂੰ ਸੱਚ ਕਰਕੇ ਸਿਧਾਂਤ ਦਾ ਪਤਾ ਨਹੀਂ। ਧਾਰਮਿਕ ਚਿੰਨ੍ਹ ਜੋ ਨੇ ਉਹਨਾਂ ਨੂੰ ਅਸੀਂ ਉਹਨਾਂ ਯੋਗੀਆਂ ਦੀ ਤਰ੍ਹਾਂ, ਚਿੰਨ੍ਹਾਂ ਦੀ ਤਰ੍ਹਾਂ ਤੇ ਇਸਤੇਮਾਲ ਕਰ ਰਹੇ ਹਾਂ, ਜਿਹਦੇ ਕਾਰਨ ਹਰ ਚੌਥੇ ਦਿਨ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ, ਕੋਈ ਇਹੋ ਜਿਹਾ ਮਸਲਾ ਸਾਹਮਣੇ ਆਉਂਦਾ ਹੈ ਕਿ ਅਸੀਂ ਇਹੋ ਮਹਿਸੂਸ ਕਰਦੇ ਹਾਂ ਕਿ ਸਤਿਗੁਰਾਂ ਨੇ ਜੋ ਗੱਲਾਂ ਯੋਗੀਆਂ ਨੂੰ ਸਮਝਾਈਆਂ ਸਨ, ਉਹੀ ਗੱਲਾਂ ਅੱਜ ਸਾਡੇ ਵਾਸਤੇ ਵੀ ਨੇ। ਅਸੀਂ ਵੀ ਸੱਚ ਕਰਕੇ ਧਰਮ ਨੂੰ ਅਪਣਾ ਲਈਏ, ਧਰਮ ਅਨੁਸਾਰ ਜੀਵਨ ਜੀ ਲਈਏ। ਹੋਈ ਬਾਤ ਘੱਟ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।